ਉੱਥੇ ਕੁੜੀਆਂ ਨੇ ਸਾਨੂੰ ਐਕਸਪ੍ਰੈਸ ਕੀਤਾ ਕਿ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਕੰਮ 'ਤੇ, ਚਾਹੇ ਉਹਨਾਂ ਦੇ ਮੈਨੇਜਰਸ ਹੋਣ, ਚਾਹੇ ਉਹਨਾਂ ਦੇ ਕੋਲੀਗਸ ਹੋਣ। ਗੋਰੇ ਤਾਂ ਇੱਕ ਸਾਈਡ ਰਹੇ ਹੈ ਨਾ, ਉਹਨਾਂ ਦੀ ਮੋਸਟਲੀ ਹੁੰਦਾ ਕਿ ਸਾਡੇ ਜਿਹੜੇ ਆਪਣੇ ਨੇ ਉਹ ਜ਼ਿਆਦਾ ਤੰਗ ਕਰਦੇ ਨੇ, ਉਹ ਜ਼ਿਆਦਾ ਭੇਦਭਾਵ ਕਰਦੇ ਆ ਕਿ ਤੁਸੀਂ ਸਟੂਡੈਂਟ ਹੋ ਤਾਂ ਔਖਾ ਕੰਮ ਹੈ ਤਾਂ ਤੁਸੀਂ ਕਰੋਗੇ, ਤੁਸੀਂ ਤਾਂ ਪੱਕੇ ਨਹੀਂ ਹੈਗੇ ਇੱਥੇ। ਇੱਕ ਲੜਕੀ ਸੀਗੀ, ਉਹਨੇ ਸਾਨੂੰ ਦੱਸਿਆ ਸੀਗਾ ਵੀ ਉਹਦੇ ਮੈਨੇਜਰ ਦਾ ਸੁਪਰਵਾਈਜ਼ਰ ਸੀਗੇ ਕੰਮ 'ਤੇ, ਉਹਨਾਂ ਨੇ ਆਫਿਸ 'ਚ ਬੁਲਾਇਆ ਅਤੇ ਉਹਨੂੰ ਮਤਲਬ ਕਾਫੀ ਇਨਅਪਰੋਪਰੀਏਟ ਕੁਐਸਚਨ ਪੁੱਛੇ ਕਿ ਤੁਹਾਡੇ ਹਸਬੈਂਡ ਕਿਵੇਂ ਆ, ਰਾਈਟ। ਸੋ ਉਹਨੇ ਉੱਦਾਂ ਹੀ ਰਿਪਲਾਈ ਕਰਤਾ ਵੀ ਵਧੀਆ ਨੇ, ਰਾਈਟ। ਸੋ ਹੀ ਇਜ਼ ਲਾਈਕ ਨਹੀਂ, ਲਾਈਕ ਬੈਡ 'ਚ ਕਿਵੇਂ ਆ। ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ। ਤੁਸੀਂ ਸੁਣ ਰਹੇ ਹੋ ਜੀ ਸ਼ੋਅ ਰੋਸ਼ਨੀ, ਅਤੇ ਪਿਛਲੇ ਵੀਰਵਾਰ ਦੀ ਤਰ੍ਹਾਂ ਕਿਉਂਕਿ ਮਨਪ੍ਰੀਤ ਸਹੋਤਾ ਜੀ ਨਹੀਂ ਹੈਗੇ ਅਤੇ ਅੱਜ ਸ਼ਮੀਲ ਜੀ ਦੀ ਜਗ੍ਹਾ ਵੀ ਮੈਂ ਇਸ਼ਰਤ ਸਿੰਘ ਲੈ ਕੇ ਆਇਆ ਜੀ ਤੁਹਾਡੇ ਲਈ ਰੋਸ਼ਨੀ। ਅਤੇ ਉਮੀਦ ਕਰਦੇ ਜਿਵੇਂ ਕਿ ਪਿਛਲੀ ਵਾਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ, ਤੁਹਾਡੇ ਵੀ ਕਈ ਮੈਸੇਜ ਆਏ ਸੀਗੇ, ਉਹੀ ਸਿਲਸਿਲਾ ਅਸੀਂ ਅੱਜ ਵੀ ਜਾਰੀ ਰੱਖਾਂਗੇ। ਕਿਉਂਕਿ ਅੱਜ ਵੀ ਪਿਛਲੀ ਵਾਰ ਦੀ ਤਰ੍ਹਾਂ ਮੈਂ ਇੱਕ ਇੰਟਰਵਿਊ ਤਾਂ ਲੈ ਕੇ ਆਇਆ ਹੀ ਹਾਂ, ਪਰ ਇੱਕ ਪੇਚੀਦਾ ਜਿਹੇ ਮੁੱਦੇ 'ਤੇ ਅੱਜ ਗੱਲਬਾਤ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ। ਅਤੇ ਉਹ ਮੁੱਦਾ ਇਹ ਹੈ ਕਿ ਅਸੀਂ ਬਹੁਤ ਸਾਰੀਆਂ ਪ੍ਰੋਬਲਮਸ ਲਈ, ਜਾਂ ਕਹਿ ਲਓ ਬਹੁਤ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਕਿਉਂਕਿ ਇੱਥੇ ਸਟੂਡੈਂਟਸ ਬਹੁਤ ਵੱਧ ਰਹੇ ਨੇ ਤਾਂ ਕਰਕੇ ਕੈਨੇਡਾ ਵਿੱਚ ਪ੍ਰੋਬਲਮਸ ਵੀ ਵੱਧ ਰਹੀਆਂ ਨੇ। ਇਹ ਸੱਚ ਹੈ ਕਿ ਨਹੀਂ, ਮੈਂ ਇਸ ਗੱਲ ਨੂੰ ਅੱਜ ਕੰਟੈਸਟ ਨਹੀਂ ਕਰਨ ਜਾ ਰਿਹਾ। ਮੈਂ ਇਸ ਗੱਲ 'ਤੇ ਅੱਜ ਡਿਬੇਟ ਨਹੀਂ ਕਰਨਾ ਚਾਹੁੰਦਾ ਕਿ ਸਟੂਡੈਂਟਸ ਪ੍ਰੋਬਲਮ ਨੇ ਜਾਂ ਨਹੀਂ ਨੇ, ਲੇਕਿਨ ਮੈਂ ਇਹ ਜ਼ਰੂਰ ਅੱਜ ਗੱਲ ਕਰਨਾ ਚਾਹੁੰਦਾ ਕਿ ਉਹ ਸਟੂਡੈਂਟਸ ਬੱਚੇ ਨੇ ਅਤੇ ਆਪਣੇ ਹੀ ਬੱਚੇ ਨੇ, ਉਹਨਾਂ ਨੂੰ ਪਾਰਟ ਆਫ ਦਾ ਪ੍ਰੋਬਲਮ ਕਹਿ ਦੇਣਾ ਜਾਂ ਇਹ ਕਹਿ ਦੇਣਾ ਕਿ ਉਹਨਾਂ ਕਰਕੇ ਤਕਲੀਫਾਂ ਵੱਧ ਰਹੀਆਂ ਨੇ, ਮੈਨੂੰ ਲੱਗਦਾ ਇਹ ਸਹੀ ਨਹੀਂ ਹੈ। ਉਹਨਾਂ ਲਈ ਥੋੜ੍ਹੀ ਜਿਹੀ ਐਂਪੈਥੀ ਹੋਣੀ, ਉਹਨਾਂ ਨਾਲ ਥੋੜ੍ਹਾ ਜਿਹਾ ਸਾਡਾ ਜੁੜਨਾ, ਮੈਨੂੰ ਲੱਗਦਾ ਇੱਕ ਇਮੋਸ਼ਨਲ ਲੈਵਲ 'ਤੇ ਵੀ ਬਹੁਤ ਜ਼ਰੂਰੀ ਹੈ, ਤਾਂ ਕਿ ਜੇ ਸਿਸਟਮ ਵਿੱਚ ਕਮੀਆਂ ਨੇ, ਜੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਕਮੀਆਂ ਨੇ, ਜੇ ਸਰਕਾਰ ਦੀਆਂ ਕਮੀਆਂ ਨੇ, ਤਾਂ ਅਸੀਂ ਉਹਨਾਂ ਨਾਲ ਜੂਝੀਏ। ਉਹਨਾਂ ਨਾਲ ਜੂਝ ਕੇ ਅਸੀਂ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਇਹ ਅਹਿਸਾਸ ਨਾ ਦਿਵਾਈਏ ਕਿ ਹਾਂ ਤੁਹਾਡੀਆਂ ਜੋ ਵੀ ਔਕੜਾਂ ਨੇ ਹੋਣਗੀਆਂ, ਪਰ ਤੁਸੀਂ ਇੱਥੇ ਲਾਲਚ ਕਰਕੇ ਆਏ ਹੋ। ਅਸੀਂ ਕਹਿ ਦਿੰਦੇ ਹਾਂ ਪੜ੍ਹਨ ਕੌਣ ਆਉਂਦਾ, ਸਾਰੇ ਪੈਸੇ ਕਮਾਉਣ ਆਉਂਦੇ ਨੇ, ਕਲਾਸਾਂ ਤਾਂ ਇਹ ਲਾਉਂਦੇ ਨਹੀਂ, ਕਰਦੇ ਤਾਂ ਕਿੰਨੀਆਂ ਕਿੰਨੀਆਂ ਨੌਕਰੀਆਂ ਨੇ। ਸ਼ਾਇਦ ਇਹ ਸੱਚ ਹੈ, ਪਰ ਤੁਹਾਡੇ ਅਤੇ ਮੇਰੇ ਵਾਂਗ ਇਹਨਾਂ 'ਤੇ ਵੀ ਬਹੁਤ ਜ਼ਿੰਮੇਵਾਰੀਆਂ ਨੇ। ਇਹਨਾਂ ਨੇ ਉਹ ਫੀਸ ਵੀ ਤਾਰਨੀ ਹੈ, ਘਰੇ ਪੈਸੇ ਵੀ ਭੇਜਣੇ ਆ, ਆਪਣੀ ਜ਼ਿੰਦਗੀ ਇੱਥੇ ਨਾ ਸਿਰਫ ਜੀਣੀ ਹੈ ਪਰ ਆਪਣਾ ਫਿਊਚਰ ਵੀ ਬਣਾਉਣਾ ਹੈ, ਅਤੇ ਉਹ ਆਪਣਾ ਬੈਸਟ ਕਰਨ ਦੀ ਹੀ ਕੋਸ਼ਿਸ਼ ਕਰ ਰਹੇ ਨੇ। ਪਰ ਫਿਰ ਇੱਕ ਗੱਲ ਆਉਂਦੀ ਹੈ ਕਿ ਨਾ ਸਿਰਫ ਇਹ ਸਟੂਡੈਂਟਸ, ਪਰ ਜਦੋਂ ਇਹਨਾਂ ਦੀ ਉਮਰਾਂ ਵੇਖੋ 17-18 ਸਾਲ ਦੇ ਬੱਚੇ, ਅਤੇ ਫਿਰ ਸ਼ਾਇਦ ਮੈਂ ਅੱਜ ਇਸ ਗੱਲ 'ਤੇ ਵੀ ਆਉਣਾ ਚਾਹੁੰਦਾ ਕਿ ਜਿਹੜੀਆਂ ਕੁੜੀਆਂ ਨੇ, ਜਿਹੜੀਆਂ ਸ਼ਾਇਦ ਉਹਨਾਂ ਪਿੰਡਾਂ 'ਚੋਂ ਆਈਆਂ ਨੇ ਜਿਹੜੀਆਂ ਆਪ ਕਦੀ ਇਕੱਲੀ ਬਾਜ਼ਾਰ ਤੱਕ ਨਹੀਂ ਸੀ ਗਈਆਂ, ਉਹਨਾਂ ਨੂੰ ਚਾਹੇ ਉਹ ਆਪ ਆਈਆਂ ਚਾਹੇ ਮਾਪਿਆਂ ਨੇ ਇੱਥੇ ਘੱਲਤਾ, ਉਹਨਾਂ ਲਈ ਕਿੰਨਾ ਜ਼ਿਆਦਾ ਔਖਾ ਹੋਊਗਾ। ਨਾ ਸਿਰਫ ਘਰੋਂ ਬਾਹਰ ਰਹਿਣਾ, ਪਰ ਇਕੱਲਿਆਂ ਰਹਿਣਾ, ਉੱਤੋਂ ਪੈਸੇ ਕਮਾਉਣੇ ਇੱਕ ਨਵੇਂ ਮੁਲਕ 'ਚ ਆ ਕੇ, ਅਤੇ ਜੇ ਉੱਥੇ ਆ ਕੇ ਵੀ ਸਾਡੀ ਕਮਿਊਨਿਟੀ, ਉਹਨਾਂ ਦੀ ਆਪਣੀ ਕਮਿਊਨਿਟੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਮਾੜਾ ਕਹੂਗੀ ਜਾਂ ਉਹਨਾਂ ਦੀ ਮਦਦ ਕਰਨ ਦੀ ਥਾਂ ਉਹਨਾਂ ਨਾਲ ਦੁਰਵਿਵਹਾਰ ਕਰੂਗੀ, ਤਾਂ ਉਹਨਾਂ 'ਤੇ ਕੀ ਬੀਤੇਗੀ, ਉਹਨਾਂ ਦੇ ਕੀ ਹਾਲਾਤ ਹੋਣਗੇ, ਉਹਨਾਂ ਦੇ ਮੈਂਟਲੀ ਕੀ ਹਾਲਾਤ ਹੋਣਗੇ, ਉਹ ਕਿਸ ਤਰ੍ਹਾਂ ਰਾਤ ਨੂੰ ਜਦੋਂ ਮੈਂ ਸੋਚਦਾ ਸੌਣ ਜਾਂਦੇ ਹੋਣਗੇ ਤਾਂ ਵਿਚਾਰੇ ਕੀ ਸੋਚਦੇ ਹੋਣਗੇ ਵੀ ਯਾਰ ਆ ਤਾਂ ਗਏ, ਕੀ ਸੁਪਨੇ ਕੀ ਚਾਹ ਲੈ ਕੇ, ਪਰ ਇੱਥੇ ਤਾਂ ਬਾਕੀ ਤਾਂ ਮੁਸ਼ਕਿਲਾਂ ਆਉਣੀਆਂ ਹੀ ਸੀ, ਪਤਾ ਸੀਗਾ ਘਰੋਂ ਦੂਰ ਆ, ਪਰ ਇੱਥੇ ਤਾਂ ਆਪਣੇ ਹੀ ਪਰਾਏ ਹੋਏ ਪਏ ਨੇ। ਸੋ ਇਹਦੀ ਗੱਲ ਮੈਨੂੰ ਲੱਗਿਆ ਅੱਜ ਕਰਨੀ ਬਹੁਤ ਜ਼ਰੂਰੀ ਹੈ। ਸੋ ਇਸ ਲਈ ਮੈਂ ਅੱਜ ਇੱਕ ਗੈਸਟ ਵੀ ਸਾਡੇ ਨਾਲ ਲੈ ਕੇ ਆਇਆ, ਅਤੇ ਉਹਨਾਂ ਬਾਰੇ ਤੁਹਾਨੂੰ ਦੱਸ ਦਿੰਦਾ। ਇਹ ਨੇ ਜੀ ਧਨਮੀਤ ਸਰਾਓ। ਇਹ ਪ੍ਰੋਗਰਾਮਸ ਲੀਡ ਨੇ ਲਾਡਲੀਆਂ ਗਰੁੱਪ ਦੇ। ਇਹ ਲਾਡਲੀਆਂ ਇੱਕ ਨੋਨ ਪ੍ਰੋਫਿਟ ਫਾਊਂਡੇਸ਼ਨ ਹੈ ਜਿਹੜੀ ਸਾਊਥ ਈਸਟਰਨ ਜਿਹੜੀ ਵਿਮਨ ਹੈ ਉਹਨਾਂ ਲਈ ਕੰਮ ਕਰਦੀ ਹੈ। ਅਤੇ ਵੈਸੇ ਤਾਂ ਮੈਂ ਇਹਨਾਂ ਨਾਲ ਗੱਲ ਇਸ ਬਾਰੇ ਹੀ ਕਰਨਾ ਚਾਹੁੰਦਾ ਸੀਗਾ ਕਿ ਇਮੀਗ੍ਰੈਂਟਸ ਦੇ ਕੀ ਸਟਰਗਲ ਨੇ ਅਤੇ ਉਹਦੇ 'ਚ ਔਰਤਾਂ ਦੇ ਕੀ ਸਟਰਗਲ ਨੇ, ਪਰ ਇਹਨਾਂ ਨੇ ਮੇਰੇ ਨਾਲ ਇੱਕ ਰਿਪੋਰਟ ਸਾਂਝੀ ਕੀਤੀ, ਅਤੇ ਅਸੀਂ ਸੋਚਿਆ ਕਿ ਜਿਹੜੀ ਸਟੂਡੈਂਟ ਕਮਿਊਨਿਟੀ ਹੈ, ਖਾਸ ਕਰਕੇ ਉਹ 'ਚ ਜਿਹੜੀਆਂ ਕੁੜੀਆਂ ਨੇ, ਸ਼ਾਇਦ ਜੇ ਪੂਰੀ ਇਮੀਗ੍ਰੈਂਟ ਕਮਿਊਨਿਟੀ ਆਪਣੀ ਕਮਿਊਨਿਟੀ ਲੈ ਲਈਏ ਤਾਂ ਜੇ ਕੋਈ ਸਭ ਤੋਂ ਜ਼ਿਆਦਾ ਔਖਾ ਹੈ ਜਾਂ ਸਭ ਤੋਂ ਜ਼ਿਆਦਾ ਸਫ਼ਰ ਕਰ ਰਿਹਾ ਹੈ ਤਾਂ ਉਹ ਇਹ ਨੇ। ਅਤੇ ਸ਼ਾਇਦ ਅਸੀਂ ਇਹਨੂੰ ਇਸ ਤਰ੍ਹਾਂ ਦੇਖਦੇ ਨਹੀਂ ਕਿਉਂਕਿ ਜ਼ਿਆਦਾਤਰ ਕਨਵਰਸੇਸ਼ਨ ਵਿੱਚ ਇਹ ਪ੍ਰੋਬਲਮ ਨੇ। ਸੋ ਇਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹਨਾਂ ਦਾ ਵੈਲਕਮ ਕਰਦਾ, ਜੀ ਆਇਆਂ ਨੂੰ ਕਰਦਾ ਧਨਮੀਤ ਜੀ, ਅਤੇ ਰਿਕੁਐਸਟ ਕਰਦਾ ਕਿ ਛੋਟੀ ਜਿਹੀ ਆਪਣੀ ਸੰਖੇਪ ਵਿੱਚ ਆਪਣੀ ਇੰਟਰੋਡਕਸ਼ਨ ਅਤੇ ਲਾਡਲੀਆਂ ਕੀ ਹੈ, ਉਹ ਕੀ ਕੰਮ ਕਰ ਰਹੀ ਹੈ, ਉਹਦੇ ਬਾਰੇ ਸਾਨੂੰ ਦੱਸੋ। ਅਤੇ ਵੈਲਕਮ ਧਨਮੀਤ ਜੀ। ਥੈਂਕ ਯੂ ਸੋ ਮਚ ਇਸ਼ਰਤ। ਸਭ ਤੋਂ ਪਹਿਲਾਂ ਤਾਂ ਰੇਡੀਓ ਸ਼ੋਅ ਸੁਣ ਰਹੇ ਸਾਰੇ ਹੀ ਆਡੀਅנס ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਮੇਰਾ ਨਾਮ ਹੈ ਤਨਮੀਤ ਸਰਾਓ ਤੇ ਮੈਂ ਪ੍ਰੋਗਰਾਮਸ ਲੀਡ ਹਾਂ ਲਾਡਲੀਆਂ ਤੇ ਪਿਛਲੇ 8 ਸਾਲਾਂ ਤੋਂ ਮੈਂ ਲਾਡਲੀਆਂ ਨਾਲ ਜੁੜੀ ਹੋਈ ਹਾਂ। ਲਾਡਲੀਆਂ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਅਸੀਂ ਇੱਕ ਨਾਨ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਆ ਜੋ ਕਿ ਰੀਜਨ ਆਫ ਪੀਐਲ 'ਚ ਬੇਸਡ ਆ ਅਤੇ ਅਸੀਂ ਮੋਸਟਲੀ ਸਾਊਥ ਏਸ਼ੀਅਨ ਡਾਟਰਸ ਨਾਲ ਅਸੀਂ ਕੰਮ ਕਰਦੇ ਹਾਂ। ਉਹਨਾਂ ਨੂੰ ਐਮਪਾਵਰ ਕਰਨ ਲਈ ਅਤੇ ਐਜੂਕੇਟ ਕਰਨ ਲਈ ਅਤੇ ਉਹਨਾਂ ਨੂੰ ਅਵੇਅਰ ਕਰਨ ਲਈ, ਸੋ ਉਹ ਆਪਣਾ ਇੱਕ ਸਕਸੈਸਫੁਲ ਫਿਊਚਰ ਅੱਗੇ ਜਾ ਕੇ ਬਣਾ ਸਕਣ। ਜੀ ਥੈਂਕ ਯੂ ਧਨਮੀਤ ਜੀ। ਅਤੇ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਹਨਾਂ ਦੀ ਇੱਕ ਰਿਪੋਰਟ ਮੇਰੇ ਹੱਥ ਲੱਗੀ ਹੈ ਜਿਹੜੀ ਕਹਿੰਦੀ ਹੈ ਵਿਮਨ ਐਜ਼ ਇੰਟਰਨੈਸ਼ਨਲ ਸਟੂਡੈਂਟਸ ਦ ਇਨਵਿਜ਼ੀਬਲ ਵਰਕਫੋਰਸ। ਮੈਨੂੰ ਲੱਗਦਾ ਇਹ ਜੇ ਆਪਾਂ ਰਿਪੋਰਟ ਦੀ ਗੱਲ, ਜੇ ਮੈਂ ਨਾਮ ਦੀ ਗੱਲ ਕਰਾਂ ਤਾਂ ਸ਼ਾਇਦ ਸਾਡੇ ਲਈ ਇਨਵਿਜ਼ੀਬਲ ਵਰਕਫੋਰਸ ਨਹੀਂ ਹੈ, ਬਟ ਔਨ ਦ ਲਾਰਜਰ ਸਕੇਲ ਜੇ ਆਪਾਂ ਦੇਖੀਏ ਇਹਨੂੰ ਸਟੂਡੈਂਟ ਹੀ ਸਮਝਦੇ ਹਾਂ, ਪਰ ਹਾਂ ਓਬਵੀਅਸਲੀ ਐਜ਼ ਅ ਵਰਕਫੋਰਸ ਇਹ ਤਾਂ ਇੱਕ ਤੋਂ ਵੱਧ ਵੀ ਨੌਕਰੀਆਂ ਕਰ ਰਹੇ ਨੇ। ਖਾਸ ਕਰਕੇ ਕੋਵਿਡ ਤੋਂ ਬਾਅਦ ਜਦੋਂ ਵਰਚੁਅਲ ਹੋ ਗਈਆਂ ਕਲਾਸਾਂ, ਹਜੇ ਵੀ ਕਈ ਥਾਵਾਂ 'ਤੇ ਔਨਲਾਈਨ ਕਲਾਸਿਸ ਨੇ, ਅਤੇ ਫਿਰ ਇਹਨਾਂ ਨੂੰ ਹੁਣ 40 ਆਵਰਸ ਕੰਮ ਕਰਨ ਦੀ ਆਗਿਆ ਮਿਲ ਗਈ ਹੈ। ਮੈਨੂੰ ਲੱਗਦਾ ਇਹ ਕਿਤੇ ਨਾ ਕਿਤੇ ਚਾਹੇ ਸੁਣਨ ਨੂੰ ਬੈਟਰ ਲੱਗੇ ਵੀ ਇਹ ਹੋਰ ਕੰਮ ਕਰ ਸਕਣਗੇ, ਬਟ ਉਹਦੇ ਨਾਲ ਇਹ ਹੋਰ ਜ਼ਿਆਦਾ ਇਹਨਾਂ ਲਈ ਮੁਸ਼ਕਿਲਾਂ ਵੀ ਪੈਦਾ ਹੋ ਰਹੀਆਂ ਨੇ। ਹਾਂਜੀ ਇਨਵਿਜ਼ੀਬਲ ਵਰਕਫੋਰਸ ਇਹਦਾ ਟਾਈਟਲ ਅਸੀਂ ਇਸ ਲਈ ਰੱਖਿਆ ਸੀਗਾ ਨਾ, ਆਪਾਂ ਕੰਮ ਦੀ ਗੱਲ ਇੱਥੇ ਨਹੀਂ ਕਰ ਰਹੇ ਸੀ, ਅਸੀਂ ਗੱਲ ਕਰ ਰਹੇ ਸੀ ਜਿਹੜੀ ਕਿ ਸਟਰਗਲਸ ਥਰੂ ਫੀਮੇਲਸ ਜਾਂਦੀਆਂ ਨੇ ਐਟ ਵਰਕ ਪਲੇਸਿਸ, ਕਿ ਉਹਨਾਂ ਦੀ ਸਟਰਗਲਸ ਇਨਵਿਜ਼ੀਬਲ ਨੇ। ਉਹਨਾਂ ਦੀ ਪਰਸਨਲ ਲਾਈਫ 'ਚ ਕੀ ਚੱਲ ਰਿਹਾ, ਉਹਨਾਂ ਦੀ ਪ੍ਰੋਫੈਸ਼ਨਲ ਲਾਈਫ 'ਚ ਕੀ ਚੱਲ ਰਿਹਾ, ਅਤੇ ਉਹਨਾਂ ਨੂੰ ਕੀ ਡਿਫਿਕਲਟੀਜ਼ ਫੇਸ ਕਰਨੀਆਂ ਪੈ ਰਹੀਆਂ ਨੇ ਜਦੋਂ ਤੋਂ ਕੈਨੇਡਾ ਆਏ ਨੇ। ਸੋ ਉਹ ਸਾਰੀ ਇਨਵਿਜ਼ੀਬਲ ਨੇ, ਬਿਕੋਜ਼ ਉੱਤੋਂ ਸਰਫੇਸ ਤੋਂ ਆਪਾਂ ਨੂੰ ਲੱਗਦਾ ਇੰਟਰਨੈਸ਼ਨਲ ਸਟੂਡੈਂਟ ਉਹ ਪੈਸੇ ਲਾ ਕੇ ਆਏ ਨੇ, ਪੈਸਾ ਬਣਾਉਣ ਆਏ ਨੇ, ਬਟ ਇਹ ਤੋਂ ਜ਼ਿਆਦਾ ਬਹੁਤ ਸਾਰੇ ਡੀਪ ਇਸ਼ੂਜ਼ ਨੇ ਜੋ ਕਿ ਸਾਡੇ ਸਾਹਮਣੇ ਆਏ ਥਰੂ ਇਹ ਰਿਸਰਚ। ਅਸੀਂ ਪਿਛਲੇ 1 ਸਾਲ ਤੋਂ ਇਹ ਰਿਸਰਚ ਕਰ ਰਹੇ ਹਾਂ, ਅਤੇ ਇਸ ਰਿਸਰਚ ਜੋ ਵੀ ਅਸੀਂ ਫਾਈਂਡ ਕੀਤਾ ਸਾਡਾ ਬਹੁਤ ਦਿਲ ਦੁਖਿਆ, ਕਿਉਂਕਿ ਅਸੀਂ 5 ਤੋਂ 6 ਇੰਟਰਵਿਊਜ਼ ਕੀਤੀਆਂ ਸੀਗੀਆਂ ਇੰਟਰਨੈਸ਼ਨਲ ਫੀਮੇਲ ਸਟੂਡੈਂਟਸ ਨਾਲ, ਜਸਟ ਉਹਨਾਂ ਦਾ ਐਕਸਪੀਰੀਅੰਸ ਜਾਣਨ ਲਈ ਕਿ ਤੁਸੀਂ ਕੈਨੇਡਾ ਕਦੋਂ ਆਏ ਸੀ, ਤੁਹਾਨੂੰ ਕਿੱਦਾਂ ਦਾ ਲੱਗਿਆ, ਅਤੇ ਤੁਹਾਡਾ ਕੰਮ ਕਿੱਦਾਂ ਚੱਲ ਰਿਹਾ, ਪੜ੍ਹਾਈ ਕਿੱਦਾਂ ਚੱਲ ਰਹੀ ਹੈ, ਅਤੇ ਪਰਸਨਲ ਲਾਈਫ ਕਿੱਦਾਂ ਚੱਲ ਰਹੀ ਹੈ। ਮੋਸਟਲੀ ਫੋਕਸ ਸਾਡਾ ਸੀਗਾ ਵਰਕ ਪਲੇਸ 'ਤੇ, ਬਿਕੋਜ਼ ਸਾਨੂੰ ਕਾਫੀ ਸੁਣਨ ਨੂੰ ਮਿਲ ਰਿਹਾ ਸੀ ਕਿ ਵਰਕ ਪਲੇਸ 'ਤੇ ਹਰਾਸਮੈਂਟ ਹੁੰਦੀ ਆ, ਵੇਜਿਸ ਨਹੀਂ ਦਿੱਤੀਆਂ ਜਾਂਦੀਆਂ ਕੁੜੀਆਂ ਨੂੰ, ਆਵਰਸ ਨਹੀਂ ਦਿੱਤੇ ਜਾਂਦੇ ਅਨਲੈਸ you do some favors। ਸੋ ਇਹ ਸਾਰਾ ਜਦੋਂ ਲਾਈਟ 'ਤੇ ਆਇਆ ਤਾਂ ਸਾਨੂੰ ਲੱਗਿਆ ਕਿ ਸਾਨੂੰ ਕੁਛ ਕਰਨਾ ਚਾਹੀਦਾ ਆਪਣੀ ਕਮਿਊਨਿਟੀ ਲਈ, ਸਾਡੀ ਸਿਸਟਰਸ ਲਈ। ਸੋ ਇਸ ਕਰਕੇ ਅਸੀਂ ਰਿਸਰਚ ਸਟੱਡੀ ਕੀਤੀ ਕਿ ਸਾਡੇ ਕੋਲ ਕੋਈ ਪ੍ਰੂਫ ਹੋਵੇ ਵੀ ਇਹ ਕੁਛ ਐਕਚੁਅਲੀ ਹੋ ਰਿਹਾ ਹੈ, ਜੋ ਕਿ ਅਸੀਂ ਗਵਰਨਮੈਂਟ ਨੂੰ ਪ੍ਰੈਜ਼ੈਂਟ ਕਰ ਸਕੀਏ। ਤੁਸੀਂ ਕੁਛ ਬਹੁਤ ਸੰਗੀਨ ਮੁੱਦਿਆਂ ਨੂੰ ਟੱਚ ਅਪੋਨ ਕੀਤਾ, ਮੈਂ ਹਜੇ ਕਹੂੰਗਾ ਅਸੀਂ ਇਹਨਾਂ ਨੂੰ ਵਿਸਤਾਰ 'ਚ ਵੀ ਡਿਸਕਸ ਜ਼ਰੂਰ ਕਰਾਂਗੇ। ਤੁਸੀਂ ਕੁਛ ਬਹੁਤ ਸੀਰੀਅਸ ਇੱਥੇ ਗੱਲਾਂ ਕੀਤੀਆਂ ਨੇ, ਮੈਨੂੰ ਲੱਗਦਾ ਜੇ ਸੁਣਨ ਵਾਲਿਆਂ ਨੇ ਵੀ ਉਹ ਗੈਸ ਕਰ ਲਿਆ ਹੋਣਾ, ਜੋ 2-3 ਤੁਸੀਂ ਪੁਆਇੰਟਸ ਦਿੱਤੇ ਬਹੁਤ ਹੀ ਸੀਰੀਅਸ ਨੇ, ਪਰ ਉਹਨਾਂ 'ਤੇ ਆਵਾਂਗੇ। ਮੈਂ ਇੱਕ ਵਾਰ ਛੇਤੀ ਨਾਲ ਇੱਥੇ ਥੋੜ੍ਹੇ ਜਿਹੇ ਜਿਹੜੇ ਸਟੈਟਸ ਨੇ ਜਾਂ ਫਿਗਰਸ ਨੇ ਉਹਨਾਂ ਨੂੰ ਜ਼ਿਆਦਾ ਡਿਟੇਲ 'ਚ ਦੱਸੇ ਬਿਨਾਂ ਇੱਕ ਗੱਲ ਜਿਹੜੀ ਸਾਨੂੰ ਆਲਰੇਡੀ ਪਤਾ ਹੈ, ਉਹ ਜਿਹੜੀ ਓਫੀਸ਼ੀਅਲ ਡੇਟਾ ਸਾਨੂੰ ਦੱਸਦਾ ਉਹ ਮੈਂ ਮੈਂਸ਼ਨ ਕਰ ਦਿੰਦਾ ਕਿ 2000 ਤੋਂ ਲੈ ਕੇ 2021 ਜਾਂ 21-22 ਸਾਲਾਂ ਵਿੱਚ 400% ਇਨਕਰੀਜ਼ ਹੋਇਆ ਜਿਹੜੇ ਸਟੱਡੀ ਪਰਮਿਟ ਵੰਡੇ ਗਏ ਨੇ, ਅਤੇ 2019 ਵਿੱਚ ਤਾਂ ਰਿਕਾਰਡ ਬ੍ਰੇਕਿੰਗ ਸਾਲ ਸੀਗਾ, ਸਭ ਤੋਂ ਜ਼ਿਆਦਾ ਸਟੱਡੀ ਪਰਮਿਟ ਉਦੋਂ ਦਿੱਤੇ ਗਏ। ਅਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਬਹੁਤ ਵੱਡਾ ਸਪੋਰਟ ਕਰਦੇ ਨੇ ਕੈਨੇਡੀਅਨ ਇਕੋਨਮੀ ਨੂੰ, $22 ਬਿਲੀਅਨ ਐਨੂਅਲੀ ਦਿੰਦੇ ਨੇ, 2 ਲੱਖ ਜੌਬਸ ਨੂੰ ਸਪੋਰਟ ਕਰਦੇ ਨੇ। ਅਤੇ ਜੇ ਦੇਖਿਆ ਜਾਵੇ ਤਾਂ ਇੰਡੀਆ ਤੋਂ ਸਭ ਤੋਂ ਜ਼ਿਆਦਾ ਸਟੂਡੈਂਟਸ ਆਉਂਦੇ ਨੇ, ਖਾਸ ਕਰਕੇ ਓਨਟਾਰੀਓ ਦੇ ਵਿੱਚ ਜੇ ਆਪਾਂ ਗੱਲ ਕਰੀਏ। ਸੋ ਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਹੈ, ਸਭ ਤੋਂ ਜ਼ਿਆਦਾ ਇੰਡੀਆ ਹੈ, ਅਤੇ ਜਿਹੜੇ ਸਭ ਤੋਂ ਜ਼ਿਆਦਾ ਜੇ ਥਾਂ 'ਤੇ ਦੇਖੀਏ ਤਾਂ ਓਨਟਾਰੀਓ 'ਚ ਆਉਂਦੇ ਨੇ, ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਅਤੇ ਫਿਰ ਕਿਊਬੈਕ। ਸੋ ਇਹ ਛੋਟੀਆਂ ਮੋਟੀਆਂ ਮੈਂ ਕਿਹਾ ਥੋੜ੍ਹੇ ਇੱਕ ਬੇਸ ਬਣਾਉਣ ਲਈ ਆਪਾਂ ਗੱਲ ਕਰ ਲਈਏ, ਅਤੇ ਇਸ ਤੋਂ ਬਾਅਦ ਅਸੀਂ ਜਿਹੜੇ ਮੁੱਦੇ ਨੇ ਉਹਨਾਂ ਦੀ ਗੱਲ ਤਾਂ ਕਰਨੀ ਹੈ, ਪਰ ਉਹ ਮੈਂ ਇੱਕ ਕਰਕੇ ਜਿੰਨੇ ਇਹਨਾਂ ਨੇ ਥੀਮਸ ਮੈਂਸ਼ਨ ਕੀਤੇ ਸੀਗੇ ਉਹਨਾਂ 'ਤੇ ਆਊਂਗਾ। ਅਤੇ ਇੱਕ ਮੈਂ ਇਹਦੇ 'ਚ ਦੇਖ ਰਿਹਾ ਸੀਗਾ, ਇਟ ਇਜ਼ ਆਲਸੋ ਅ ਪਾਰਟ ਆਫ ਦੀ ਉਡਾਰੀ ਪ੍ਰੋਜੈਕਟ, ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਤੁਸੀਂ ਜ਼ਰੂਰ ਦੱਸਿਓ। ਹਾਂਜੀ ਜ਼ਰੂਰ। ਉਡਾਰੀ ਪ੍ਰੋਜੈਕਟ ਅਸੀਂ ਲਾਂਚ ਕੀਤਾ ਸੀ 2020 ਦੇ ਵਿੱਚ। ਉਹ ਤੋਂ ਪਹਿਲਾਂ ਅਸੀਂ ਜ਼ਿਆਦਾ ਇੰਟਰਨੈਸ਼ਨਲ ਵੂਮਨ ਸਟੂਡੈਂਟਸ ਨਾਲ ਕੰਮ ਨਹੀਂ ਕਰ ਰਹੇ ਸੀਗੇ, ਜ਼ਿਆਦਾ ਸਾਡਾ ਫੋਕਸ ਸੀਗਾ ਕੈਨੇਡੀਅਨ ਬੋਰਨ ਜਿਹੜੀ ਗਰਲਸ ਨੇ, ਬਟ ਸਾਨੂੰ ਬਹੁਤ ਜ਼ਿਆਦਾ ਕਾਲਸ ਜਦੋਂ ਕੋਵਿਡ ਸਟਾਰਟ ਹੋਇਆ ਆਉਣੀਆਂ ਸ਼ੁਰੂ ਹੋਈਆਂ। ਡਿਫਰੈਂਟ ਨੀਡਸ ਸੀਗੀਆਂ, ਕਿਸੇ ਕੋਲ ਰੈਂਟ ਨਹੀਂ ਸੀਗਾ, ਗਰੋਸਰੀ ਲਈ ਪੈਸੇ ਨਹੀਂ ਸੀਗੇ, ਅਨਵਾਂਟਿਡ ਪ੍ਰੈਗਨੈਂਸੀਜ਼, ਮੈਡੀਕਲ ਅਸਿਸਟੈਂਟ ਨਹੀਂ ਸੀਗੀ। ਸੋ ਇਸ ਕਰਕੇ ਸਾਨੂੰ ਲੱਗਿਆ ਵੀ ਇੱਥੇ ਥੋੜ੍ਹਾ ਜਿਹਾ ਗੈਪ ਹੈਗਾ ਜਿੱਥੇ ਸਰਵਿਸਿਜ਼ ਨਹੀਂ ਪ੍ਰੋਵਾਈਡ ਹੋ ਰਹੀਆਂ। ਸੋ ਦੈਟਸ ਵਾਈ ਅਸੀਂ ਉਡਾਰੀ ਪ੍ਰੋਜੈਕਟ ਨੂੰ ਸਟਾਰਟ ਕੀਤਾ 2020 ਦੇ ਵਿੱਚ, ਜਿਹਦੇ ਅੰਡਰ ਅਸੀਂ ਇੱਕ ਐਮਰਜੈਂਸੀ ਫੰਡ ਵੀ ਸ਼ੁਰੂ ਕੀਤਾ ਸੀ।
ਜਿਹਦੇ ਨਾਲ ਅਸੀਂ $55,000 ਆਲਮੋਸਟ ਏਡ ਕੀਤੀ ਸੀਗੀ ਵੂਮਨ ਇੰਟਰਨੈਸ਼ਨਲ ਸਟੂਡੈਂਟਸ ਦੀ ਥਰੂ ਕਰਾਊਡ ਫੰਡਿੰਗ। ਬਟ ਇਹ ਪ੍ਰੋਜੈਕਟ ਦੇ ਅੰਡਰ ਹੀ ਅਸੀਂ ਜਿਹੜੀ ਰਿਸਰਚ ਸਟੱਡੀ ਕੀਤੀ ਹੈ, ਸਾਨੂੰ ਫੰਡਿੰਗ ਮਿਲੀ ਸੀ ਮਰੀਅਮ ਅਸਫਾ ਫੰਡ ਅਤੇ ਟੈਮਰਕ ਇੰਸਟੀਟਿਊਟ ਤੋਂ ਇਹ ਰਿਸਰਚ ਕਰਨ ਵਾਸਤੇ। ਸੋ ਪਿਛਲੇ 1 ਸਾਲ ਤੋਂ ਅਸੀਂ ਇਹ ਰਿਸਰਚ ਕਰ ਰਹੇ ਹਾਂ, ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਮੈਂਸ਼ਨ ਕਰ ਚੁੱਕੀ ਹਾਂ। ਇੱਕ ਥੀਮਸ ਨੇ ਜਿਹੜੀਆਂ ਇਹ ਸਾਰੀਆਂ ਰਿਸਰਚ 'ਚੋਂ ਹੀ ਨਿਕਲੀਆਂ ਨੇ, ਇਹ ਐਕਸਪੀਰੀਅੰਸਿਸ 'ਚੋਂ ਨਿਕਲੀਆਂ ਨੇ, ਜੋ ਕਿ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਲਿਵਡ ਐਕਸਪੀਰੀਅੰਸਿਸ ਨੇ ਇਹ। ਸੋ ਜੋ ਵੀ ਤੁਸੀਂ ਅੱਗੇ ਰਿਪੋਰਟ 'ਚ ਪੜ੍ਹੋਗੇ ਜਾਂ ਆਪਾਂ ਡਿਸਕਸ ਕਰਾਂਗੇ, ਉਹ ਸਾਰਾ ਉਹੀ ਇੰਟਰਵਿਊਜ਼ ਤੋਂ ਉਹ ਸਾਰੀ ਇਨਫੋਰਮੇਸ਼ਨ ਆਈ ਆ। ਅਤੇ ਇੱਕ ਚੀਜ਼ ਮੈਂ ਹੋਰ ਦੇਖ ਰਿਹਾ ਸੀਗਾ ਕਿ ਪਾਰਟੀਸਪੈਂਟਸ ਜਿਹੜੇ ਇਸ ਸਟੱਡੀ ਦੇ ਨੇ, ਉਹਨਾਂ ਦੀ ਸਿਟੀ ਆਫ ਰੈਜ਼ੀਡੈਂਸ ਅਤੇ ਸਿਟੀ ਆਫ ਵਰਕ ਮੋਸਟਲੀ ਆਪਣਾ ਹੀ ਏਰੀਆ ਬਰੈਂਪਟਨ, ਮਿਸੀਸਾਗਾ, ਇਹ ਪੀਲ ਰੀਜਨ ਦਾ ਹੀ ਹੈ। ਸੋ ਇਹ ਵੀ ਆਪਾਂ ਫਰਜ਼ ਕਰਕੇ ਚੱਲੀਏ ਕਿ ਇਹ ਪੰਜਾਬੀ ਕੁੜੀਆਂ ਦੀ ਹੀ ਸਟੱਡੀ ਹੈ। ਹਾਂਜੀ, ਮੋਸਟਲੀ ਜਿਹੜੇ ਪਾਰਟਿਸਪੈਂਟ ਸੀਗੇ ਉਹ ਪੰਜਾਬੀ ਸੀਗੇ। ਰੀਜਨ ਆਫ ਪੀਲ ਦੀ ਸਟੱਡੀ ਸੀਗੀ, ਸੋ ਅਸੀਂ ਉਹੀ ਏਰੀਆ 'ਚ ਕਰ ਸਕਦੇ ਸੀ। ਬਟ ਮੋਸਟਲੀ ਪਾਪੂਲੇਸ਼ਨ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬਰੈਂਪਟਨ, ਮਿਸੀਸਾਗਾ ਏਰੀਆਜ਼ 'ਚ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਦੀ ਪਾਪੂਲੇਸ਼ਨ ਆ। ਸੋ ਅਸੀਂ ਇਹ ਕੰਸਲਟੇਸ਼ਨਸ ਮੋਸਟਲੀ ਜਿਹੜੇ ਕਾਲਜਿਸ, ਪ੍ਰਾਈਵੇਟ ਅਤੇ ਪਬਲਿਕ ਕਾਲਜਿਸ ਜਿਹੜੇ ਏਰੀਆਜ਼ 'ਚ ਨੇ, ਉਹਨਾਂ ਦੇ ਸਟੂਡੈਂਟਸ ਨਾਲ ਕੀਤੀਆਂ ਸੀ। ਠੀਕ ਹੈ। ਅਤੇ ਹੁਣ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਜਿਹੜਾ ਪਾਰਟ ਹੈ ਇਸ ਸਟੱਡੀ ਦਾ ਅਤੇ ਅੱਜ ਦੀ ਡਿਸਕਸ਼ਨ ਦਾ, ਅਸੀਂ ਉਹਦੇ ਵੱਲ ਵੱਧਦੇ ਹਾਂ। ਇਸ ਤੋਂ ਪਹਿਲਾਂ ਮੇਰੇ ਕੋਲ ਮਨਪ੍ਰੀਤ ਕੌਰ ਜੀ ਪੁੱਛ ਰਹੇ ਨੇ। ਸਤਿ ਸ਼੍ਰੀ ਅਕਾਲ ਅਸ਼ੀਸ਼ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਪੁੱਛ ਰਹੇ ਨੇ ਕਿ ਹਾਊ ਕੈਨ ਵੀ ਐਜ਼ ਅ ਸਿਟੀਜ਼ਨ ਬੀ ਅ ਪਾਰਟ ਆਫ ਦਿਸ ਆਰਗੇਨਾਈਜੇਸ਼ਨ ਇਫ ਵੀ ਵਾਂਟ ਟੂ ਵਲੰਟੀਅਰ। ਮੈਂ ਬੜਾ ਖੁਸ਼ ਹਾਂ ਕਿ ਜ਼ਿਆਦਾ ਗੱਲਬਾਤ ਹੋਣ ਤੋਂ ਪਹਿਲਾਂ ਹੀ ਇਹੋ ਜਿਹਾ ਸਵਾਲ ਇੱਕ ਪੁੱਛਿਆ ਜਾ ਰਿਹਾ। ਸੋ ਜ਼ਰੂਰ ਇੱਕ ਵਾਰ ਅਸੀਂ ਐਂਡ 'ਚ ਵੀ ਇਸ 'ਤੇ ਆ ਜਾਵਾਂਗੇ, ਪਰ ਤੁਸੀਂ ਜ਼ਰੂਰ ਦੱਸਿਓ ਕਿ ਲਾਡਲੀਆਂ ਨਾਲ ਕੋਈ ਜੁੜਨਾ ਚਾਹੇ ਅਤੇ ਇੰਟਰਨੈਸ਼ਨਲ ਸਟੂਡੈਂਟਸ ਕੁੜੀਆਂ ਦੀ ਮਦਦ ਕਰਨਾ ਚਾਹੇ ਤਾਂ ਉਹ ਕਿਵੇਂ ਕਰ ਸਕਦਾ? ਹਾਂਜੀ ਜ਼ਰੂਰ, ਸਾਡੀ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ www.ladliyan.com। ਦੈਟਸ LAADLIYAN। ਤੁਸੀਂ ਸਾਡੇ ਕਾਫੀ ਪ੍ਰੋਗਰਾਮਸ ਨੇ ਜਿਹਦੇ ਥਰੂ ਤੁਸੀਂ ਸਪੋਰਟ ਕਰ ਸਕਦੇ ਹੋ। ਮੰਥਲੀ ਡੋਨਰ ਬਣ ਸਕਦੇ ਹੋ ਤੁਸੀਂ, ਵੋਲੰਟੀਅਰ ਐਜ਼ ਯੂ ਸੈਡ ਤੁਸੀਂ ਕਰ ਸਕਦੇ ਹੋ। ਅਸੀਂ ਕੇਅਰ ਪੈਕੇਜਸ ਵੀ ਡਿਲੀਵਰ ਕਰਦੇ ਹਾਂ ਸ਼ੈਲਟਰਸ 'ਚ ਵੂਮਨ ਵਾਸਤੇ। ਸੋ ਉਹ 'ਚ ਹਾਈਜੀਨ ਪ੍ਰੋਡਕਟਸ ਹੁੰਦੇ ਆ ਮੋਸਟਲੀ, ਤੁਸੀਂ ਉਹਨਾਂ ਦੀ ਡੋਨੇਸ਼ਨ ਕਰ ਸਕਦੇ ਹੋ। ਸੋ ਯਾ ਸਾਨੂੰ ਈਮੇਲ ਭੇਜ ਦਿਓ ਐਂਡ ਵੀ ਵਿਲ ਗੈਟ ਸਟਾਰਟਡ ਔਨ ਗੈਟਿੰਗ ਯੂ ਇਨਵੋਲਵਡ। ਮੈਂ ਨਾ ਇੱਕ ਮਤਲਬ ਥੋੜ੍ਹੀ ਜਿਹੀ ਆਫ ਟੋਪਿਕ ਕਹਿ ਸਕਦੇ ਹੋ, ਪਰ ਜੁੜੀ ਹੋਈ ਗੱਲ ਇਹ ਹੈ ਕਿ ਜਿਵੇਂ ਕੋਈ ਸੋਚ ਰਿਹਾ ਹੋਵੇ ਗੱਲ ਸੁਣਦਿਆਂ ਹੋਇਆ ਵੀ ਯਾਰ ਕਿਉਂ ਇਹ ਸਿਰਫ ਕੁੜੀਆਂ ਦੀ ਗੱਲ ਕਿਉਂ ਕਰ ਰਿਹਾ ਨਾ, ਮੁੰਡੇ ਵੀ ਬੜਾ ਸਟਰਗਲ ਕਰਦੇ। ਪਰ ਤੁਸੀਂ ਇੱਕ ਜਿਹੜੀ ਛੋਟੀ ਜਿਹੀ ਗੱਲ ਕੀਤੀ, ਜਿਹੜੇ ਹਾਈਜੀਨ ਪ੍ਰੋਡਕਟਸ ਨੇ ਫੋਰ ਐਗਜ਼ਾਮਪਲ, ਜੇ ਕੋਈ ਸਟਰਗਲ ਕਰ ਰਿਹਾ ਫਾਈਨੈਂਸ਼ੀਅਲੀ, ਇੱਕ ਇਹੋ ਜਿਹੀ ਚੀਜ਼ ਹੈ ਵੀ ਤੁਸੀਂ ਇੰਨੀ ਜਿਹੀ ਉਹਦੀ ਮਦਦ ਕਰ ਦਿਓ, ਇਟ ਇਜ਼ ਸੱਚ ਅ ਬਿਗ ਹੈਲਪ। ਸੋ ਆਈ ਥਿੰਕ ਦੈਟ ਹੈਲਪਸ ਅਸ ਟੂ ਸੈਂਸਿਟਾਈਜ਼, ਉਹ ਸਮਝਣ ਦੀ ਸਾਨੂੰ ਇੱਕ ਕੋਸ਼ਿਸ਼ ਕਰ ਸਕਦਾ ਕਿ ਕਿਉਂ ਅਸੀਂ ਇੱਕ ਸਪੈਸੀਫਿਕ ਵਰਗ 'ਤੇ ਅੱਜ ਜ਼ੋਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਮਦਦ ਕਰਨਾ ਅਤੇ ਉਹਨਾਂ ਨਾਲ ਜੁੜਨਾ ਜਾਂ ਉਹਨਾਂ ਨਾਲ ਐਂਪੈਥਾਈਜ਼ ਕਰਨਾ ਕਿ ਇਹਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ, ਜਸਟ ਉਹਨੂੰ ਐਕਨੋਲੇਜ ਕਰਨਾ ਹੀ ਮੈਨੂੰ ਲੱਗਦਾ ਬੜਾ ਜ਼ਰੂਰੀ ਹੈ। ਅੱਛਾ, ਮੈਨੂੰ ਲੱਗਦਾ ਆਪਾਂ ਜੇ ਸਿਰਫ ਅੱਜ ਕੀ ਥੀਮਸ 'ਤੇ ਗੱਲ ਕਰ ਲਈਏ ਨਾ, ਕਿਉਂਕਿ ਉਹ ਬਹੁਤ ਇੰਪੋਰਟੈਂਟ ਨੇ, ਉਹਦੇ 'ਚ ਸਾਡਾ ਬੜਾ ਸਮਾਂ ਚਲੇ ਜਾਣਾ। ਸੋ ਜ਼ਿਆਦਾ ਦੇਰ ਨਹੀਂ ਕਰਦੇ। ਐਕਸਪਲੋਇਟੇਸ਼ਨ ਬਾਏ ਇੰਪਲੋਇਰਸ, ਜਿੱਥੇ ਤੱਕ ਗੱਲਾਂ ਸੁਣਨ ਨੂੰ ਆਉਂਦੀਆਂ ਨੇ, ਮੋਸਟਲੀ ਵੇਜ ਥੈਫਟ ਵਰਗੀ ਜਾਂ ਜਿੰਨੇ ਘੰਟੇ ਕਰਦੇ ਐਗਜ਼ੈਕਟਲੀ ਉਨੇ ਘੰਟੇ ਦੀ ਪੇ ਨਹੀਂ ਹੁੰਦੀ, ਇਹ ਚੀਜ਼ਾਂ ਸਾਨੂੰ ਪਤਾ ਨੇ। ਪਰ ਤੁਹਾਡੀ ਸਟੱਡੀ ਵਿੱਚ ਇਹਦੇ ਵਿੱਚ ਹੋਰ ਕੀ ਕੁਛ ਮਿਲਿਆ? ਹਾਂਜੀ, ਜਿੱਦਾਂ ਕਿ ਕਾਫੀ ਜਿਹੜੇ ਸਾਡੇ ਪਾਰਟਿਸਪੈਂਟ ਸੀਗੇ, ਉੱਥੇ ਕੁੜੀਆਂ ਨੇ ਸਾਨੂੰ ਐਕਸਪ੍ਰੈਸ ਕੀਤਾ ਕਿ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਕੰਮ 'ਤੇ, ਚਾਹੇ ਉਹਨਾਂ ਦੇ ਮੈਨੇਜਰਸ ਹੋਣ, ਚਾਹੇ ਉਹਨਾਂ ਦੇ ਕੋਲੀਗਸ ਹੋਣ। ਗੋਰੇ ਤਾਂ ਇੱਕ ਸਾਈਡ ਰਹੇ ਹੈ ਨਾ, ਉਹਨਾਂ ਦੀ ਮੋਸਟਲੀ ਹੁੰਦਾ ਕਿ ਸਾਡੇ ਜਿਹੜੇ ਆਪਣੇ ਨੇ ਉਹ ਜ਼ਿਆਦਾ ਤੰਗ ਕਰਦੇ ਨੇ, ਉਹ ਜ਼ਿਆਦਾ ਭੇਦਭਾਵ ਕਰਦੇ ਕਿ ਤੁਸੀਂ ਸਟੂਡੈਂਟ ਹੋ ਤਾਂ ਔਖਾ ਕੰਮ ਹੈ ਤਾਂ ਤੁਸੀਂ ਕਰੋਗੇ, ਤੁਸੀਂ ਤਾਂ ਪੱਕੇ ਨਹੀਂ ਹੈਗੇ ਇੱਥੇ, ਸੋ ਉਹ ਜਿਹੜੇ ਵੀ ਆਪਣੇ ਕੋਵਰਕਰਸ ਨੇ ਜੇ ਤੁਹਾਡੇ ਨਾਲ ਇੱਦਾਂ ਸਲੂਕ ਕਰਾਂਗੇ, ਕੋਈ ਲਾਈਕ ਨਹੀਂ ਕਰੂਗਾ। ਔਨ ਟੋਪ ਆਫ ਦੈਟ ਸੈਕਸ਼ੂਅਲ ਹਰਾਸਮੈਂਟ ਦੇ ਵੀ ਕਾਫੀ ਕੇਸਿਸ ਕਿ ਤੁਹਾਨੂੰ ਆਵਰਸ ਅਸੀਂ ਤਾਂ ਦੇਵਾਂਗੇ ਜੇ ਤੁਸੀਂ ਸਾਡੇ ਲਈ ਕੋਈ ਫੇਵਰ ਕਰੋਗੇ। ਜਿਹੜੇ ਮੈਨੇਜਰਸ ਨੇ 50-60 year old ਸਮਟਾਈਮਸ ਆਪਣੇ ਆਫਿਸ 'ਚ ਬੁਲਾ ਕੇ ਵੀ ਨੋ ਕਿ ਇੱਦਾਂ ਦਾ ਸਾਨੂੰ ਪਹਿਲਾਂ ਅਸੀਂ ਸੁਣੀਆਂ ਸੀ ਇਹ ਗੱਲਾਂ, ਲਾਈਕ ਕਿਤੇ ਕਿਤੇ ਪਤਾ ਲੱਗਦਾ ਸੀ ਕਿ ਇਹ ਕੁਛ ਚੱਲ ਰਿਹਾ ਹੈ। ਬਟ ਜਦੋਂ ਅਸੀਂ ਇਹ ਇੰਟਰਵਿਊ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਹਰੇਕ ਲੜਕੀ ਦਾ ਕੋਈ ਨਾ ਕੋਈ ਐਕਸਪੀਰੀਅੰਸ ਸੀਗਾ, ਚਾਹੇ ਉਹ ਬੱਸ ਸਟਾਪ 'ਤੇ ਹੋਵੇ। ਕੋਈ ਸਪੈਸੀਫਿਕ ਐਗਜ਼ਾਮਪਲ ਦਊਂਗੇ ਕਿ ਜਿਹੜਾ ਰੋਜ਼ਮਰਰਾ ਜ਼ਿੰਦਗੀ 'ਚ ਬੰਦਾ ਸੁਣ ਰਿਹਾ ਹੋਊਗਾ ਇਹ ਗੱਲ, ਉਹ ਸਮਝ ਸਕੇ? ਇੱਕ ਗੱਲ ਹੈ ਕਿ ਕਹਿਣੀ ਕਿ ਇੰਪਲੋਇਰ ਐਕਸਪਲੋਇਟ ਕਰਦਾ, ਬਟ ਕੋਈ ਤੁਹਾਨੂੰ ਸਪੈਸੀਫਿਕ ਸਟੋਰੀ ਯਾਦ ਹੋਵੇ ਬਿਨਾਂ ਉਹਦਾ ਨਾਮ ਦੱਸਿਆ? ਹਾਂਜੀ, ਇੱਕ ਲੜਕੀ ਸੀਗੀ, ਉਹਨੇ ਸਾਨੂੰ ਦੱਸਿਆ ਸੀਗਾ ਵੀ ਉਹਦੇ ਮੈਨੇਜਰ ਦਾ ਸੁਪਰਵਾਈਜ਼ਰ ਸੀਗੇ ਕੰਮ 'ਤੇ, ਉਹਨਾਂ ਨੇ ਆਫਿਸ 'ਚ ਬੁਲਾਇਆ ਅਤੇ ਉਹਨੂੰ ਮਤਲਬ ਕਾਫੀ ਇਨਅਪਰੋਪਰੀਏਟ ਕੁਐਸਚਨ ਪੁੱਛੇ ਕਿ ਤੁਹਾਡੇ ਹਸਬੈਂਡ ਕਿਵੇਂ ਆ, ਰਾਈਟ? ਸੋ ਉਹਨੇ ਉੱਦਾਂ ਹੀ ਰਿਪਲਾਈ ਕਰ ਦਿੱਤਾ ਵੀ ਵਧੀਆ ਨੇ, ਰਾਈਟ? ਸੋ ਹੀ ਇਜ਼ ਲਾਈਕ ਨਹੀਂ, ਲਾਈਕ ਬੈਡ 'ਚ ਕਿਵੇਂ ਆ? ਆਈ ਨੋ ਲਾਈਕ ਆਪਾਂ ਇਹ ਗੱਲਾਂ ਖੁੱਲ੍ਹ ਕੇ ਨਹੀਂ ਕਰਦੇ ਹੈਗੇ, ਬਟ ਵੀ ਹੈਵ ਟੂ।
ਇਹ ਯੂ ਤਾਂ نو ਹੀ ਕਿਸੇ ਅੱਜ ਮੈਂ ਕਿਸੇ ਨੂੰ ਤੁਹਾਨੂੰ ਕਿਹਾ ਕਰਨੀ ਵੀ ਪੈਣੀ ਹਾਂ ਆ। ਤੁਸੀਂ ਹਾਂਜੀ ਸਪੈਸੀਫਿਕਲੀ ਦੱਸੋ। ਹਾਂਜੀ, ਸੋ ਉਹ ਕੁੜੀ ਕਹਿੰਦੀ ਵੀ ਮੈਂ ਮਤਲਬ ਮੈਨੂੰ 1 ਮਹੀਨਾ ਵੀ ਨਹੀਂ ਹੋਇਆ ਸੀ ਆਏ ਨੂੰ, ਵੀ ਮੈਂ ਤਾਂ ਸ਼ੌਕ ਹੋ ਗਈ ਕਿ ਮੇਰੇ ਡੈਡ ਦੀ ਏਜ ਦੇ ਲਾਈਕ ਮੈਨੂੰ ਇੱਦਾਂ ਦੀ ਗੱਲ ਕਹਿ ਰਹੇ ਤੇ ਨੇ। ਆ ਇੰਪਲੋਇਰ ਆਪਣਾ ਪੰਜਾਬੀ ਬੰਦਾ ਸੀ? ਹਾਂਜੀ, ਪੰਜਾਬੀ। ਮੈਂ ਇਸੇ ਕਰਕੇ ਪੁੱਛਿਆ ਕਿ ਅਸੀਂ ਨਾ ਇਹ ਗੱਲਾਂ ਸੁਣਦੇ ਹਾਂ ਤੇ ਬਹੁਤ ਵਾਰ ਖਾਰਿਜ ਕਰ ਦਿੰਦੇ ਹਾਂ ਕਿ ਨਹੀਂ ਯਾਰ ਆਪਣੇ 'ਚ ਐਂ ਥੋੜ੍ਹਾ ਨਾ ਹੁੰਦਾ, ਆਪਣੇ ਤਾਂ ਬੰਦੇ ਬਹੁਤ ਵਧੀਆ ਨੇ, ਆਪਣੇ ਤਾਂ ਮਦਦ ਕਰਦੇ ਨੇ। ਹਾਂਜੀ, ਪਰ ਸੱਚ ਇਹ ਵੀ ਹੈ ਕਿ ਉਹਨਾਂ 'ਚ ਬਹੁਤ ਇਹੋ ਜਿਹੇ ਜਿਹਨੂੰ ਆਪਾਂ ਪ੍ਰੈਡੀਟਰਸ ਕਹਿ ਲਈਏ ਉਹ ਵੀ ਹੈਗੇ ਨੇ। ਐਗਜ਼ੈਕਟਲੀ। ਤੇ ਆਪਾਂ ਨਾ ਬੜੀ ਵਾਰ ਕਹਿ ਦਿੰਦੇ ਹਾਂ ਜਦੋਂ ਆਪਾਂ ਇਹਨਾਂ ਇਹੋ ਜਿਹੇ ਲੋਕ ਕਿ ਕ੍ਰਾਈਮ ਬਾਰੇ ਸੁਣਦੇ ਆ ਨਾ, ਇਹ ਦਰਿੰਦੇ, ਇਹ ਮੌਨਸਟਰ। ਗੱਲ ਇਹ ਹੈ ਕਿ ਇਹ ਕੋਈ ਦਰਿੰਦੇ ਕੋਈ ਅੱਡ ਤੋਂ ਨਹੀਂ ਦਿਖਦੇ, ਆਮ ਬੰਦੇ ਉਹੀ ਨੇ ਜਿਹੜੇ ਆਪਾਂ ਰੋਜ਼ ਕਿਸੇ ਨੂੰ ਮਿਲਦੇ ਹਾਂ। ਕਿਉਂਕਿ ਅਸੀਂ ਬੜੀ ਵਾਰ ਨਾ ਇਹ ਕਹਿੰਦੇ ਹਾਂ ਵੀ ਯਾਰ ਦੇਖਣ ਨੂੰ ਇਹੋ ਜਿਹਾ ਨਹੀਂ ਲੱਗਦਾ। ਆਈ ਥਿੰਕ ਉਹ ਜਿਹੜੀ ਨੋਸ਼ਨ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ ਤੇ ਇਹਨੂੰ ਅਸੀਂ ਪਹਿਲਾਂ ਐਕਸੈਪਟ ਕਰੀਏ ਕਿ ਇਹ ਪ੍ਰੋਬਲਮ ਹੈਗੀ ਹੈ, ਬਿਕੋਜ਼ ਓਨਲੀ ਆਫਟਰ ਐਕਸੈਪਟੈਂਸ ਕੈਨ ਵੀ ਚੇਂਜ ਇਟ। ਹਾਂਜੀ, ਡੈਫੀਨਿਟਲੀ ਆਈ ਐਗਰੀ। ਐਂਡ ਇਹ ਸਿਰਫ ਕੰਮ 'ਤੇ ਨਹੀਂ ਹੋ ਰਿਹਾ, ਇਹ ਮੋਸਟਲੀ ਲੈਂਡਲੋਰਡਸ ਨੇ ਜਿਹੜੇ ਉਹ ਵੀ ਇਹ ਚੀਜ਼ ਦੀ ਐਡਵਾਂਟੇਜ ਉਠਾ ਰਹੇ ਨੇ, ਸਪੈਸ਼ਲੀ ਡਿਊਰਿੰਗ ਕੋਵਿਡ ਟਾਈਮ, ਬਿਕੋਜ਼ ਉਹਨਾਂ ਨੂੰ ਪਤਾ ਸੀ ਕੰਮ ਇਹ ਕਰ ਨਹੀਂ ਰਹੇ, ਰੈਂਟ ਇਹਨਾਂ ਤੋਂ ਦੇ ਨਹੀਂ ਹੋਣਾ, ਸੋ ਆਪਾਂ ਹੋਰ ਕਿੱਦਾਂ ਇਹਨਾਂ ਨੂੰ ਐਕਸਪਲੋਇਟ ਕਰ ਸਕਦੇ ਹਾਂ। ਸੋ ਇਹਦੇ ਨਾਲ ਨਾਲ ਲਾਈਕ ਐਜ਼ ਯੂ ਮੈਨਸ਼ਨਡ ਵੇਜਿਸ ਨਾ ਦੇਣੀਆਂ, ਕੰਮ 'ਤੇ ਬੁਲਾ ਲੈਣਾ, ਘਰੇ ਭੇਜ ਦੇਣਾ। ਜੇ ਤੁਸੀਂ ਸਾਡੇ ਲਈ ਕੁਛ ਨਹੀਂ ਕਰੋਗੇ ਵਾਪਸ ਜਾਓ, ਤੁਹਾਨੂੰ ਘੰਟੇ ਨਹੀਂ ਮਿਲਣਗੇ, ਰੈਂਟ ਨਹੀਂ ਦੇ ਸਕਦੇ, ਟਿਊਸ਼ਨ ਵੀ ਨਹੀਂ ਦੇ ਸਕਦੇ, ਸੋ ਕਿੱਦਾਂ ਇੱਕ ਲੜਕੀ ਆਪਣੇ ਆਪ ਨੂੰ ਇੱਥੇ ਸਸਟੇਨ ਕਰੇ। ਇਹ ਬਹੁਤ ਹੀ ਗੰਦਾ ਸਾਈਕਲ ਤੁਸੀਂ ਐਕਚੁਅਲੀ ਸਟੈਬਲਿਸ਼ ਕਰਤਾ ਹੈ ਵੀ ਜੇ ਕੰਮ 'ਤੇ ਨਹੀਂ ਤਾਂ ਪੈਸੇ ਨਹੀਂ ਮਿਲਣਗੇ, ਜੇ ਪੈਸੇ ਨਹੀਂ ਰੈਂਟ ਨਹੀਂ ਦਿੱਤਾ ਜਾਊਗਾ। ਸੋ ਦੋਵੇਂ ਪਾਸੇ ਹੀ ਐਟਲੀਸਟ ਦੇਰ ਇਜ਼ ਪੋਟੈਂਸ਼ੀਅਲ ਫॉर ਐਕਸਪਲੋਇਟੇਸ਼ਨ। ਲੈਟਸ ਨੋਟ ਸੇ ਕਿ ਸਾਰੇ ਹੀ ਐਵੇਂ ਕਰਦੇ ਨੇ। ਨਰਿੰਦਰ ਲੌਂਗੋਵਾਲ ਜੀ ਕਹਿ ਰਹੇ ਸਤਿ ਸ਼੍ਰੀ ਅਕਾਲ ਜੀ, 100% ਟਰੂ ਹੈ, ਆਪਣੇ ਬੰਦੇ 90% ਐਵੇਂ ਹੀ ਕਰਦੇ ਨੇ। ਚਲੋ ਖੈਰ ਪਰਸੈਂਟੇਜਸ ਦਾ ਮੈਨੂੰ ਪਤਾ ਨਹੀਂ, ਪਰ ਬੰਦੇ ਹੈਗੇ ਜ਼ਰੂਰ। ਆਈ ਥਿੰਕ ਇਹੋ ਜਿਹੇ ਇਹਨੂੰ ਐਕਨੋਲੇਜ ਕਰਨਾ ਬੜਾ ਜ਼ਰੂਰੀ ਸੀਗਾ। ਅਤੇ ਇਸ ਪ੍ਰੋਬਲਮ ਤੋਂ ਬਾਅਦ ਇਹਦਾ ਜਦੋਂ ਕੋਈ ਹੱਲ ਲੱਭਣ ਜਾਂਦਾ, ਹੱਲ ਤੋਂ ਪਹਿਲਾਂ ਤਾਂ ਕੋਈ ਸਪੋਰਟ ਚਾਹੁੰਦਾ ਹੁੰਦਾ। ਉਹ ਸਪੋਰਟ ਦੀ ਇਹ ਕਹਿੰਦੀ ਹੈ ਰਿਪੋਰਟ ਕਿ ਸਪੋਰਟ ਦੀ ਬਹੁਤ ਕਮੀ ਹੈ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਅਤੇ ਰਣਦੀਪ ਹੁੱਡਾ ਜੀ ਕਹਿ ਰਿਹਾ ਜੀ 90% of these are from our community. I know 2 girls friend of wife 3 years back, they used to rent a basement and the landlord helped them to get a job, and one night that landlord went to the basement at 2 a.m. for sexual favor in return of the job he got them. So ਬਿਲਕੁਲ ਤੁਸੀਂ ਦੱਸਣ ਲੱਗ ਗਏ ਹੋ ਤੁਸੀਂ ਆਪ ਹੀ ਕਿ ਇਹੋ ਜਿਹਾ ਐਕਚੁਅਲੀ ਪ੍ਰੋਬਲਮ ਹੈਗੀ ਹੈ। ਜਸਪ੍ਰੀਤ ਜੀ ਦੱਸ ਰਹੇ ਨੇ ਕਿ देयर was a camera placed by a male employee in female employee's washroom of a well-known sweets restaurant. When girls found the camera, owner told all the girls not to talk about it or they will lose their jobs. They didn't even let the girls complain to the police. ਅਸੀਂ ਇਸ ਗੱਲ 'ਤੇ ਵੀ ਜ਼ਰੂਰ ਆਵਾਂਗੇ ਕਿ ਕੰਪਲੇਂਟ ਕਿਉਂ ਨਹੀਂ ਹੋ ਪਾਉਂਦੀ। ਅਤੇ ਆਪਣਾ ਨਰਿੰਦਰ ਜੀ ਕਹਿ ਰਹੇ ਨੇ ਵਾਟ graceful elegant way of talking, thank you ji, I salute this girl। ਇਹ ਮੈਨੂੰ ਲੱਗਦਾ ਧਨਮੀਤ ਜੀ ਲਈ ਹੈ। ਅਤੇ being a father of a grown up successful daughter, I salute her parents who inculcated high values in her, how much hard work they might have done in raising her। ਕਿਆ ਬਾਤ ਹੈ ਜੀ, ਥੈਂਕ ਯੂ। ਅਤੇ ਧਨਮੀਤ ਜੀ ਵੱਲੋਂ ਵੀ ਥੈਂਕ ਯੂ ਸੋ ਮਚ। ਅਤੇ ਮੈਂ ਜਿਵੇਂ ਕਿ ਕਿਹਾ ਸੀਗਾ ਕਿ ਅਸੀਂ ਇੱਕ ਪ੍ਰੋਬਲਮ ਤਾਂ ਡਿਸਕਸ ਕਰ ਲਈਏ, ਪਰ ਇੱਕ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹਦੇ ਬਾਰੇ ਸਪੋਰਟ, ਕਿ ਤੁਸੀਂ ਕਿਸੇ ਨਾਲ ਜਾ ਕੇ ਗੱਲ ਕਰ ਸਕੋ, ਉਸ ਬਾਰੇ ਸਪੋਰਟ ਲੈ ਸਕੋ। ਅਤੇ ਉਹਦੇ 'ਚ ਬੜੇ ਇੰਪੋਰਟੈਂਟ ਸਟੇਕ ਹੋਲਡਰ ਸਾਡੇ ਐਲਡਰਸ ਹੁੰਦੇ ਨੇ, ਜਾਂ ਸਾਡੇ ਤੋਂ ਵੱਡੇ ਜਾਂ ਇੱਕ ਇੰਪੋਰਟੈਂਟ ਜਿਹੜੀ ਪੋਜੀਸ਼ਨਸ 'ਤੇ ਬੈਠੇ ਹੁੰਦੇ ਨੇ ਉਹ ਲੋਕ ਹੁੰਦੇ ਨੇ। ਸੋ ਉਹਦੇ ਵਿੱਚ ਤੁਹਾਡੀ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਸਕਦੀ ਹੈ, ਤੁਹਾਡੇ ਆਈ ਥਿੰਕ ਲੈਂਡਲੋਰਡਸ ਵੀ ਆ ਸਕਦੇ ਨੇ ਜੋ ਵੱਡੀ ਉਮਰ ਦੇ ਨੇ। ਜੇ ਤੁਸੀਂ ਉੱਥੇ ਪ੍ਰੋਬਲਮ ਫੇਸ ਕਰ ਰਹੇ ਹੋ, ਸ਼ਾਇਦ ਤੁਹਾਡਾ ਇੰਪਲੋਇਰ ਆ ਸਕਦਾ। ਪਰ ਜੇ ਉਹੀ ਇਨਵੋਲਵਡ ਨੇ ਇਹਨਾਂ ਚੀਜ਼ਾਂ 'ਚ ਤਾਂ ਸਪੋਰਟ ਕਿੱਥੋਂ ਮਿਲੇਗੀ? ਧਨਮੀਤ ਜੀ, ਲੈਕ ਆਫ ਸਪੋਰਟ ਵਾਲੀ ਜਿਹੜੀ ਹੈ ਤੁਹਾਡੀ ਪੂਰੀ ਥੀਮ ਹੈ ਸਟੱਡੀ 'ਚ, ਇਹਦੇ 'ਚ ਕੀ ਕੁਝ ਪਾਇਆ ਗਿਆ? ਹਾਂਜੀ, ਲੈਕ ਆਫ ਸਪੋਰਟ ਅਸੀਂ ਬੇਸਿਕਲੀ ਇੱਥੇ ਗੱਲ ਕਰ ਰਹੇ ਹਾਂ ਜਿਹੜੇ ਐਕੈਡੈਮਿਕ ਇੰਸਟੀਟਿਊਸ਼ਨਸ ਨੇ ਅਤੇ ਗਵਰਨਮੈਂਟ ਅਸਿਸਟੈਂਸ ਹੋ ਗਈ। ਜਦੋਂ ਵੀ ਬੱਚੇ ਇੱਥੇ ਆਉਂਦੇ ਆ ਕਿਸੇ ਹੋਰ ਕੰਟਰੀ ਤੋਂ, ਫੀਸ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਪਰ ਜੇ ਉਹਦੇ ਲੈਵਲ 'ਤੇ ਆਪਾਂ ਸਰਵਿਸਿਜ਼ ਦੇਖੀਏ ਜਿਹੜੇ ਕਾਲਜਿਸ ਜਾਂ ਯੂਨੀਵਰਸਿਟੀਜ਼ ਪ੍ਰੋਵਾਈਡ ਕਰ ਰਹੀਆਂ ਨੇ, ਉਹ ਬਹੁਤ ਥੋੜ੍ਹੀਆਂ ਨੇ ਅਤੇ ਉਹ ਕਲਚਰਲੀ ਸੈਂਸਿਟਿਵ ਨਹੀਂ ਹੈਗੀਆਂ। ਲਾਈਕ ਕੋਈ ਉੱਥੇ ਪੰਜਾਬੀ ਕਾਉਂਸਲਰ ਨਹੀਂ ਬੈਠਾ, ਕੋਈ ਹਿੰਦੀ ਕਾਉਂਸਲਰ ਨਹੀਂ ਬੈਠਾ, ਰਾਈਟ? ਸੋ ਬਹੁਤ ਹਾਂਜੀ, ਸੋ ਉਹਨਾਂ ਨੂੰ ਜਿਹੜੀ ਮੈਂਟਲ ਹੈਲਥ ਦੀ ਸਪੋਰਟ ਚਾਹੀਦੀ ਹੈ ਜਾਂ ਕੋਈ ਵੀ ਐਕੈਡੈਮਿਕ ਸਪੋਰਟ ਚਾਹੀਦੀ ਹੈ, ਉਹ ਉਹਨਾਂ ਨੂੰ ਉੱਥੇ ਨਹੀਂ ਮਿਲਦੀ, ਕਿਉਂਕਿ ਇੱਕ ਤਾਂ ਉਹ ਹੈਜ਼ੀਟੇਟ ਕਰਦੇ ਆ ਗੱਲ ਕਰਨ ਲਈ। ਇੰਗਲਿਸ਼ ਥੋੜ੍ਹੀ ਬਹੁਤ ਆਪਣੀ ਠੀਕ ਠਾਕ ਹੀ ਹੁੰਦੀ ਹੈ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਆਉਂਦੇ ਹਾਂ, ਅਨਲੈਸ ਤੁਹਾਡੇ ਕੋਲ ਮੀਨਸ ਸੀਗੇ ਟੂ ਗੋ ਟੂ ਅ ਬਿਗ ਸਕੂਲ, ਵਧੀਆ ਸਕੂਲ, ਇੰਗਲਿਸ਼ ਮੀਡੀਅਮ। ਸੋ ਉਹੀ ਇੱਥੇ ਸਾਨੂੰ ਪਤਾ ਲੱਗਿਆ ਵੀ ਐਕੈਡੈਮਿਕ ਇੰਸਟੀਟਿਊਸ਼ਨਸ ਉਹ ਤਾਂ ਸਪੋਰਟ ਲਾਈਕ ਸਾਰਾ ਕੁਛ ਹੁੰਦਾ ਹੈ, ਬਟ ਜਾਂ ਤਾਂ ਉਹ ਅਵੇਅਰ ਨਹੀਂ ਹੁੰਦੇ ਬੱਚੇ ਕਿ ਇਹ ਸਾਰੀ ਸਰਵਿਸਿਜ਼ ਹੈਗੀਆਂ ਨੇ। ਜਿਵੇਂ ਸਾਡੀ ਔਰਗੇਨਾਈਜੇਸ਼ਨ ਵੀ ਲੈ ਲਓ, ਕਿਸੇ ਨੂੰ ਨਹੀਂ ਪਤਾ ਜ਼ਿਆਦਾਤਰ ਕਿ ਅਸੀਂ ਐਗਜ਼ਿਸਟ ਕਰਦੇ ਹਾਂ। ਔਨ ਟੋਪ ਆਫ ਦੈਟ ਲੈਕ ਆਫ ਸਪੋਰਟ ਹੋ ਗਈ, ਜਿੱਦਾਂ ਮੈਡੀਕਲ ਅਸਿਸਟੈਂਸ ਹੋਈ। ਕਾਫੀ ਅਸੀਂ ਰਿਸਰਚ ਕੀਤੀ, ਸਾਨੂੰ ਪਤਾ ਲੱਗਿਆ ਕਿ ਡਾਕਟਰਸ
ਇੱਕ ਵਾਰੀ ਮਿਲਣ ਦਾ ਸਿਰਫ ਸਪੈਸ਼ਲੀ ਜਿਹੜੀ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਨੂੰ $2,000-3,000 ਚਾਰਜ ਕਰ ਰਹੇ ਅੰਡਰ ਦ ਟੇਬਲ ਕਿ ਅਸੀਂ ਦੇਖ ਲਵਾਂਗੇ ਬਟ ਯੂ ਹੈਵ ਟੂ ਪੇ ਦਿਸ ਮਚ ਮਨੀ ਸੋ ਲਾਟ ਡਿਫਰੈਂਟ ਜਿਹੜੀ ਕਿ ਸਪੋਰਟਸ ਉਹ ਲੈਕ ਕਰਦੇ ਆ ਜਦੋਂ ਇੱਥੇ ਆਉਂਦੇ ਆ ਐਂਡ ਐਜ਼ ਯੂ ਸੈਡ ਲਾਈਕ ਜੇ ਉਹਨਾਂ ਕੋਲ ਕੋਈ ਹੈ ਹੀ ਨਹੀਂ ਜਿਹਦੇ ਕੋਲੋਂ ਜਾ ਕੇ ਥੋੜ੍ਹੀ ਮਦਦ ਮੰਗ ਸਕਣ ਦੈਨ ਇਟ ਬਿਕਮਸ ਵੈਰੀ ਡਿਫਿਕਲਟ। ਬਿਲਕੁਲ ਸਹੀ ਗੱਲ ਹੈ। ਤੇ ਰਣਦੀਪ ਜੀ ਕਹਿ ਰਹੇ ਨੇ, ਰਣਦੀਪ ਹੁੱਡਾ ਜੀ, ਕਿ ਸੈਕਸ਼ੂਅਲ ਫੇਵਰਸ ਇਨ ਰਿਟਰਨ ਟੂ ਪ੍ਰੋਵਾਈਡ LMIA NOC ਲੈਟਰਸ ਔਰ ਹੈਲਪ ਇਨ PR ਪ੍ਰੋਸੈਸ ਇਜ਼ ਸੋ ਨੋਰਮਲ ਇਨ ਆਰ ਕਮਿਊਨਿਟੀ। ਇਹ ਨੋਰਮਲ ਹੈ ਕਿ ਨਹੀਂ ਮੈਨੂੰ ਨਹੀਂ ਪਤਾ ਧਰਮੀਤ ਜੀ, ਪਰ ਇਹ ਗੱਲ ਤਾਂ ਸੱਚ ਹੈ ਕਿ ਜਦੋਂ ਆਪਾਂ ਇੰਨੇ ਸਾਲਾਂ ਤੋਂ ਸਟਰਗਲ ਕਰ ਰਹੇ ਹੁੰਦੇ ਹਾਂ ਸਟੂਡੈਂਟ, PR ਇੰਨੀ ਵੱਡੀ ਸਾਡੇ ਲਈ ਚੀਜ਼ ਹੈ ਸਾਡੀ ਲਾਈਫ ਦੀ ਸੈਟਲਮੈਂਟ ਲਈ ਕਿ ਪ੍ਰੋਬਬਲੀ ਅਸੀਂ ਡੈਸਪਰੇਟ ਹੋ ਜਾਂਦੇ ਹਾਂ ਅਤੇ ਇਸ ਲਈ ਐਕਸਪਲੋਇਟ ਕਰਨਾ ਹੋਰ ਈਜ਼ੀ ਹੋ ਜਾਂਦਾ ਇਹਨਾਂ ਲੋਕਾਂ ਲਈ। ਹਾਂਜੀ ਬਿਲਕੁਲ। ਜੇ ਤੁਸੀਂ ਜਿੰਨੇ ਸਾਡਾ ਐਕਸਪੀਰੀਅੰਸ ਰਿਹਾ ਹੈ ਅਸੀਂ ਇਹੀ ਸੁਣਿਆ ਵੀ ਸਾਡੇ ਮਾਂ ਬਾਪ ਨੇ ਜਾਂ ਤਾਂ ਕਰਜ਼ਾ ਲਿਆ ਆ ਜਾਂ ਜ਼ਮੀਨ ਵੇਚੀ ਆ ਜਾਂ ਕਿਤੋਂ ਵੀ ਕਿਸੇ ਵੀ ਤਰ੍ਹਾਂ ਸਾਨੂੰ ਇੱਥੇ ਭੇਜਤਾ, ਵਾਪਸ ਅਸੀਂ ਜਾ ਨਹੀਂ ਸਕਦੇ, ਠੀਕ ਹੈ। ਅਤੇ ਪੇਰੈਂਟਸ ਨਾਲ ਵੀ ਨਹੀਂ ਸ਼ੇਅਰ ਕਰ ਸਕਦੇ ਕਿ ਇੰਨੀ ਪ੍ਰੋਬਲਮਸ ਥਰੂ ਆਪਾਂ ਜਾ ਰਹੇ ਹਾਂ ਬਿਕੋਜ਼ ਉਹਨਾਂ ਦੀ ਬਹੁਤ ਆਸ ਹੁੰਦੀ ਆ ਵੀ ਹੁਣ ਸਾਡੇ ਬੱਚੇ ਕੈਨੇਡਾ ਚਲੇ ਗਏ, ਆਪਣਾ ਫਿਊਚਰ ਵਧੀਆ ਬਣਾਉਣਗੇ, ਮੇ ਬੀ ਸਾਡੀ ਵੀ ਹੈਲਪ ਕਰਨਗੇ, ਜਿਹੜਾ ਅਸੀਂ ਕਰਜ਼ਾ ਚੱਕਿਆ ਉਹਦੇ ਲਈ ਸਾਨੂੰ ਪੈਸੇ ਵਾਪਸ ਥੋੜ੍ਹੇ ਬਹੁਤ ਭੇਜਣਗੇ ਐਵਰੀ ਮੰਥ। ਸੋ ਬਹੁਤ ਡਿਫਿਕਲਟ ਸਿਚੁਏਸ਼ਨ ਉਹਨਾਂ ਲਈ ਹੋ ਜਾਂਦੀ ਹੈ ਬਿਕੋਜ਼ ਨਾ ਤਾਂ ਉਹ ਪੇਰੈਂਟਸ ਨੂੰ ਦੱਸ ਸਕਦੇ ਆ ਵੀ ਇੱਥੇ ਇਹ ਕੁਛ ਚੱਲ ਰਿਹਾ ਹੈ, ਠੀਕ ਹੈ। ਸੋ ਉਹਨਾਂ ਨੂੰ ਉਹੀ ਖੁਸ਼ੀ ਦਿਖਾਉਣੀ ਪੈਂਦੀ ਹੈ ਕਿ ਹਾਂ ਅਸੀਂ ਠੀਕ ਹਾਂ, ਅਸੀਂ ਪੜ੍ਹ ਰਹੇ ਹਾਂ, ਅਸੀਂ ਕਰ ਰਹੇ ਹਾਂ, ਇੱਥੇ ਹੋਰ ਕੋਈ ਸਪੋਰਟ ਹੈ ਨਹੀਂ। ਸੋ ਅੰਦਰ ਹੀ ਅੰਦਰ ਉਹ ਘੁੱਟਦੇ ਰਹਿੰਦੇ ਆ ਆਪਸ 'ਚ ਨਾ, ਰਾਈਟ। ਸੋ ਆਈਸੋਲੇਸ਼ਨ ਆਪਣੀ ਨੈਕਸਟ ਥੀਮ ਆਈ ਨੋ ਮੈਂ ਥੋੜ੍ਹਾ ਜਲਦੀ ਉੱਥੇ ਸਟਾਰਟ ਕਰ ਲਿਆ ਬਟ ਦੇ ਸਟਾਰਟ ਫੇਸਿੰਗ ਆਈਸੋਲੇਸ਼ਨ। ਉੱਥੋਂ ਹੀ ਹੁਣ ਆਪਾਂ ਕਿੰਨੀ ਵਾਰੀ ਸੁਣਿਆ ਵੀ ਇੰਟਰਨੈਸ਼ਨਲ ਸਟੂਡੈਂਟਸ ਕਮਿਟਡ ਸੁਸਾਈਡ, ਬਹੁਤ ਜ਼ਿਆਦਾ ਹੁਣ ਇਹ ਸੁਣਨ ਨੂੰ ਮਿਲ ਰਿਹਾ। ਪਹਿਲਾਂ ਨਹੀਂ ਇੰਨਾ ਹੁੰਦਾ ਸੀ ਬਿਕੋਜ਼ ਉਦੋਂ ਪਾਪੂਲੇਸ਼ਨ ਸਟੂਡੈਂਟਸ ਦੀ ਘੱਟ ਸੀ, ਹੁਣ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਅਤੇ ਰਿਸੋਰਸਿਸ ਬਹੁਤ ਘੱਟ ਨੇ। ਜਿਹੜੀ ਮੈਂ ਗੱਲ ਸ਼ੁਰੂ 'ਚ ਵੀ ਕਰ ਰਿਹਾ ਸੀਗਾ ਕਿ ਸਟੂਡੈਂਟਸ ਨਾਲ ਸਿੰਪੈਥਾਈਜ਼ ਕਰਨਾ ਹੈ ਨਾ, ਜਿਹੜੀ ਅਸੀਂ ਸ਼ਾਇਦ ਨਹੀਂ ਕਰਦੇ ਹਾਂ ਬਹੁਤ ਵਾਰ, ਉਹਦੇ 'ਚ ਜੇ ਆਪਾਂ ਇਸ ਚੀਜ਼ ਨੂੰ ਹੁਣ ਜਿਹੜੀ ਤੁਸੀਂ ਗੱਲ ਮੈਂਸ਼ਨ ਕੀਤੀ ਹੈ ਉਹਨੂੰ ਸੋਚੀਏ ਕਿ ਆਪਾਂ ਕਹਿ ਦਿੰਦੇ ਹਾਂ ਸਟੂਡੈਂਟਸ ਨੇ ਇੱਥੇ ਦਾ ਵਰਕ ਕਲਚਰ ਖਰਾਬ ਕਰਤਾ, ਇਹ ਕੈਸ਼ 'ਤੇ ਇੰਨੇ ਘੱਟ ਪੈਸੇ 'ਤੇ ਇੰਨੀਆਂ ਨੌਕਰੀਆਂ ਕਰਦੇ ਆ, ਬਾਕੀਆਂ ਦੇ ਵੀ ਵੇਜਸ ਖਰਾਬ ਹੋ ਰਹੇ ਨੇ, ਪਰ ਉਹਨਾਂ ਦੀਆਂ ਮਜਬੂਰੀਆਂ ਉਹ ਕਿਸ ਡੈਸਪਰੇਸ਼ਨ 'ਚ ਇਹ ਕਰ ਰਹੇ ਨੇ ਉਹ ਵੀ ਸਮਝਣਾ ਬੜਾ ਜ਼ਰੂਰੀ ਹੈ। ਹੁਣ ਆਪਣੀ ਕਮਿਊਨਿਟੀ 'ਚ ਜੇ ਬਰੈਂਪਟਨ ਜਾਂ ਨੇੜੇ ਤੇੜੇ ਦੇਖੀਏ ਤਾਂ ਬੜਾ ਮੁਸ਼ਕਿਲ ਹੈ ਤੁਹਾਨੂੰ ਸਿਨ 'ਤੇ ਕੰਮ ਲੈਣਾ, ਉਹ ਵੀ ਕੈਸ਼ 'ਤੇ ਦੇ ਕੇ ਰਾਜ਼ੀ ਨੇ ਜ਼ਿਆਦਾ ਇੰਪਲੋਇਰ, ਅਤੇ ਫਿਰ ਕੈਸ਼ 'ਤੇ ਜਦੋਂ ਦੇਣਗੇ ਉਹ ਮਿਨੀਮਮ ਵੇਜ ਤੋਂ ਵੀ ਘੱਟ ਦਿੰਦੇ ਨੇ। ਮੈਨੂੰ ਖੁਦ ਇਹੋ ਜਿਹੀਆਂ ਕਿੰਨੀਆਂ ਕਹਾਣੀਆਂ ਪਤਾ ਨੇ, ਪਰ ਸਟੂਡੈਂਟਸ ਨੂੰ ਲੈਣੀਆਂ ਪੈ ਰਹੀਆਂ ਨੇ। ਖਾਸ ਕਰਕੇ ਅੱਜ ਦੇ ਦੌਰ 'ਚ ਜੇ ਦੇਖੀਏ, ਅੱਜ ਕੱਲ੍ਹ ਵੈਸੀ ਨੌਕਰੀਆਂ ਹੈ ਨਹੀਂ ਗਈਆਂ, ਸਾਰੇ ਆਪਾਂ ਮੰਨਦੇ ਵੀ ਹਾਂ ਅਤੇ ਐਕਸਪੀਰੀਅੰਸ ਵੀ ਕਰ ਰਹੇ ਹਾਂ, ਨੌਕਰੀਆਂ ਹੈ ਨਹੀਂ, ਸਟੂਡੈਂਟਸ ਲਈ ਜਮ੍ਹਾਂ ਹੀ ਹੈ ਨਹੀਂ, ਫਿਰ ਕੈਸ਼ 'ਤੇ ਲੈਣੀ ਹੈ, ਉਹ 'ਚ ਵੇਜਸ ਹੋਰ ਘੱਟ ਨੇ, ਉਹਦੇ 'ਚ ਵਿਚਾਰਿਆਂ ਨੇ ਆਪਣੀ ਫੀਸਾਂ ਵੀ ਭਰਨੀਆਂ, ਜ਼ਿੰਦਗੀ ਵੀ ਜੀਣੀ ਹੈ ਕਿਉਂਕਿ ਅਸੀਂ ਫਿਰ ਇਹ ਵੀ ਕਹਿ ਦਿੰਦੇ ਹਾਂ ਕਿ ਇਹ ਦੇਖੋ ਜੀ ਬੇਸਮੈਂਟਾਂ 'ਚ ਕਿੰਨੇ ਇਕੱਠੇ ਰਹਿੰਦੇ ਨੇ ਹੈ ਨਾ, ਇੰਨਾ ਗੰਦਾ ਮਾਹੌਲ ਰੱਖਦੇ ਨੇ, ਬੈੱਡ ਵੀ ਨਹੀਂ ਹੈ, ਐਵੇਂ ਨੀਚੇ ਸੌਂਦੇ ਨੇ, ਪਰ ਉਹ ਕਰਨ ਕੀ? ਆਈ ਥਿੰਕ ਉਹਨਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ। ਅਤੇ ਇਹ ਵੀ ਗੱਲ ਬੜੀ ਸੱਚ ਹੈ, ਜਦੋਂ ਉਹ ਪੇਰੈਂਟਸ ਨੂੰ ਨਹੀਂ ਦੱਸਦੇ, ਆਈ ਥਿੰਕ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਤੁਸੀਂ ਕਿਵੇਂ ਦੱਸੋਗੇ ਨਾ ਬਾਹਰ ਆ ਕੇ ਪੇਰੈਂਟਸ ਨੂੰ ਵੀ ਅਸੀਂ ਦੁਖੀ ਹਾਂ, ਅਤੇ ਜਦੋਂ ਨਹੀਂ ਦੱਸਣਗੇ ਸ਼ਾਇਦ ਉਹਨਾਂ ਨੂੰ ਇੱਕ ਸਾਊਂਡ ਐਡਵਾਈਸ ਵੀ ਨਹੀਂ ਮਿਲ ਰਹੀ ਕਿ ਉਹ ਐਕਚੁਅਲੀ ਇਹੋ ਜਿਹੀ ਸਿਚੁਏਸ਼ਨਸ ਨਾਲ ਡੀਲ ਕਿਵੇਂ ਕਰਨ। ਸੋ 17-18 ਵਿੱਚ ਟੀਨਏਜਰਸ ਹਾਊਐਵਰ ਦੇ ਆਰ ਡੀਲਿੰਗ ਵਿਦ ਇਟ ਆਪਣੇ ਬਲਬੂਤੇ 'ਤੇ ਉਹ ਕਰ ਰਹੇ ਨੇ। ਆਈ ਮੀਨ ਮੈਂ ਤਾਂ ਬਿਲਕੁਲ ਇਸ ਗੱਲ 'ਤੇ ਮੰਨਦਾ ਕਿ ਅਸੀਂ ਉਹਨਾਂ 'ਚ ਫਾਲਟ ਨਹੀਂ ਲੱਭ ਸਕਦੇ, ਅਤੇ ਮੋਨਾ ਸੇਖੋਂ ਜੀ ਵੀ ਇਹੀ ਕਹਿ ਰਹੇ ਨੇ, ਨੋ ਯੂਜ਼ ਫਾਈਂਡਿੰਗ ਫਾਲਟਸ ਐਂਡ ਕੰਪਲੇਨਿੰਗ ਅਬਾਊਟ ਯੂਥ, ਓਨਲੀ ਫੋਕਸ ਔਨ ਬੀਇੰਗ ਪਾਰਟ ਆਫ ਦ ਸੋਲਿਊਸ਼ਨ, ਹੈਲਪ ਇਨ ਐਨੀ ਸਮਾਲ ਵੇ, ਐਂਪੈਥਾਈਜ਼। ਬਿਲਕੁਲ ਜੀ, ਅੱਜ ਦੀ ਡਿਸਕਸ਼ਨ ਮੋਨਾ ਜੀ ਆਈ ਥਿੰਕ ਯੂਵ ਹਿੱਟ ਦ ਨੇਲ ਔਨ ਇਟਸ ਹੈਡ। ਅਸੀਂ ਆਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕਿਵੇਂ ਕੰਟਰੀਬਿਊਟ ਕਰ ਸਕਦੇ ਹਾਂ, ਅਤੇ ਆਈ ਥਿੰਕ ਸਭ ਤੋਂ ਪਹਿਲੀ ਕੰਟਰੀਬਿਊਸ਼ਨ ਸਾਡੀ ਕਮਿਊਨਿਟੀ ਦੀ, ਸਾਡੇ ਸਟੂਡੈਂਟਸ ਲਈ ਜਾਂ ਇਹਨਾਂ ਸਟਰਗਲਿੰਗ ਬੱਚਿਆਂ ਲਈ, ਯੰਗਸਟਰਸ ਲਈ ਇਹੀ ਹੋਊਗੀ ਕਿ ਅਸੀਂ ਇਹਨਾਂ ਨਾਲ ਐਂਪੈਥਾਈਜ਼ ਕਰੀਏ, ਇਹਨਾਂ ਨਾਲ ਇਮੋਸ਼ਨਲੀ ਅਸੀਂ ਜੁੜੀਏ ਕਿ ਹਾਂ ਇਹ ਪ੍ਰੋਬਲਮ ਫੇਸ ਕਰ ਰਹੇ ਨੇ, ਦੇ ਆਰ ਨਾਟ ਦ ਪ੍ਰੋਬਲਮ। ਸਨੀ ਮੱਲੀ ਜੀ ਕਹਿ ਰਹੇ ਨੇ, ਥੈਂਕ ਗੋਡ ਫਾਈਨਲੀ ਇਨ ਰੋਸ਼ਨੀ ਰੀਅਲ ਟੌਪਿਕ ਕੇਮ ਆਊਟ, ਕੀਪ ਇਟ ਅਪ, ਗੁੱਡ ਟੌਪਿਕ, ਥੈਂਕ ਯੂ ਜੀ। ਅਤੇ ਆਈਸੋਲੇਸ਼ਨ ਦੀ ਅਸੀਂ ਗੱਲ ਕਰ ਰਹੇ ਸੀਗੇ, ਇਹ ਵੀ ਗੱਲ ਬੜੀ ਜ਼ਰੂਰੀ ਹੈ ਕਿ ਇਹਦੇ ਨਾਲ ਜਿਵੇਂ ਕਿ ਆ ਤੁਹਾਡੀ ਰਿਪੋਰਟ ਵੀ ਕਹਿੰਦੀ ਹੈ ਕਿ ਨਾ ਸਿਰਫ ਸਟ੍ਰੈਸ ਵੱਧਦਾ, ਵਰਕ ਲਾਈਫ ਇੰਬੈਲੈਂਸ ਆਲਰੇਡੀ ਖਰਾਬ ਹੋਇਆ ਪਿਆ, ਕਦੋਂ ਕਲਾਸਾਂ ਲਾਈਏ, ਕਦੋਂ ਪਹਿਲੀ ਨੌਕਰੀ 'ਤੇ ਜਾਈਏ, ਕਦੋਂ ਦੂਜੀ ਨੌਕਰੀ 'ਤੇ ਜਾਈਏ, ਕਦੋਂ ਗਰੋਸਰੀ ਕਰੀਏ, ਕੁਕਿੰਗ ਕਰੀਏ, ਨਾ ਖੁਦ ਦਾ ਖਿਆਲ ਰੱਖਿਆ ਜਾ ਰਿਹਾ, ਨਾ ਘਰ ਦਾ ਖਿਆਲ ਰੱਖਿਆ ਜਾ ਰਿਹਾ। ਫਿਰ ਜੇ ਘਰੇ ਅਤੇ ਬਾਹਰ ਇਨਵਾਇਰਮੈਂਟ ਇਹੋ ਜਿਹਾ ਜਿਵੇਂ ਦੇ ਤੁਸੀਂ ਮੈਂਸ਼ਨ ਕੀਤੇ ਹੈ ਨਾ, ਅਤੇ ਉਹਦੇ 'ਚ ਇੰਪਲੋਈ ਤੰਗ ਕਰ ਰਿਹਾ, ਜਿਹੜਾ ਬੰਦੇ ਨਾਲ ਰਹਿ ਰਹੇ ਹੋ ਉਹ ਤੰਗ ਕਰ ਰਿਹਾ, ਇਹ ਬਹੁਤ ਹੀ ਜ਼ਿਆਦਾ ਇਸ਼ੂਜ਼ ਨੇ। ਫਿਰ ਜਿਵੇਂ ਤੁਸੀਂ ਕਿਹਾ ਮੈਡੀਕਲ ਦੇ ਇਹਨਾਂ ਕੋਲ ਹੈ ਨਹੀਂ ਗੇ, ਉਹ ਖਰਚੇ ਕਿੱਥੋਂ ਕਰਨ, ਜਾਂ ਕੋਈ ਵੀ ਜੇ ਉਹ ਵਿਚਾਰੇ ਇੰਜੋਏਮੈਂਟ ਕਰਨਾ ਚਾਹੁੰਦੇ ਹੈ ਨਾ, ਰਿਲੈਕਸ ਕਰਨ, ਵੀਕਐਂਡ ਵਿਹਲਾ ਵੀ ਹੈ ਨਾ, ਫਰਜ਼ ਕਰ ਲਈਏ, ਪੈਸੇ ਨਹੀਂ ਹੈ ਜਾਣਦੇ, ਜਾਂ ਉਹ ਪੈਸੇ ਬਚਾਉਣਾ ਚਾਹੁੰਦੇ ਨੇ। ਸੋ ਆਈ ਥਿੰਕ ਬਹੁਤ ਸਾਰੀਆਂ ਆਈਸੋਲੇਸ਼ਨ ਵਾਲੀ ਗੱਲਸ ਤਾਂ ਬਹੁਤ ਕੁਛ ਹੈ, ਤੁਸੀਂ ਇਹ 'ਚ ਐਡ ਕਰਨਾ ਚਾਹੁੰਦੇ ਹੋ ਕੁਛ? ਹਾਂਜੀ, ਲਾਈਕ ਆਈਸੋਲੇਸ਼ਨ ਨਾਲ ਇੱਕ ਮੈਂ ਪਹਿਲਾਂ ਵੀ ਮੈਂ ਮੈਂਸ਼ਨ ਕਰ ਚੁੱਕੀ ਕਿ
ਇੱਕ ਤਾਂ ਵੀ ਹੁੰਦੀ ਹੈ ਬਿਕਾਜ਼ ਕਲਚਰ ਸ਼ੌਕ ਬਹੁਤ ਵੱਡੀ ਚੀਜ਼ ਹੈ, ਰਾਈਟ? ਤੁਸੀਂ ਇੱਕ ਡਿਫਰੈਂਟ ਕੰਟਰੀ 'ਚ ਆ ਰਹੇ ਹੋ, ਡਿਫਰੈਂਟ ਲੈਂਗੁਏਜ ਹੈ, ਡਿਫਰੈਂਟ ਫੂਡ ਹੈ, ਡਿਫਰੈਂਟ ਲੋਕ ਨੇ, ਉਹਦੇ ਵਿੱਚ ਸੈਟਲ ਹੋਣਾ ਕਿਸੇ ਲਈ ਵੀ ਬਹੁਤ ਜ਼ਿਆਦਾ ਡਿਫਿਕਲਟ ਹੋ ਜਾਂਦਾ ਹੈ, ਰਾਈਟ? ਸੋ ਇਮੈਜਿਨ 17 18 ਯੰਗ ਏਜ ਤੁਸੀਂ ਇੱਥੇ ਆ ਰਹੇ ਹੋ, ਤੁਹਾਡੇ ਕੋਲ ਕੋਈ ਗਾਈਡੈਂਸ ਨਹੀਂ ਹੈਗੀ, ਫਰੈਂਡਸ ਵੀ ਤੁਹਾਡੇ ਸੇਮ ਹੀ ਏਜ ਦੇ ਨੇ, ਰਾਈਟ? ਜਿਹੜੇ ਇੱਥੇ ਰਹਿੰਦੇ ਉਹ ਤੁਹਾਨੂੰ ਵੈਸੇ ਹੀ ਨਹੀਂ ਲਾਈਕ ਕਰਦੇ, ਸਟੀਰੀਓਟਾਈਪ ਕ੍ਰੀਏਟ ਹੋ ਚੁੱਕੇ, ਸਟੂਡੈਂਟਸ ਆਪਾਂ ਇਹਨਾਂ ਤੋਂ ਦੂਰ ਰਹਿਣਾ ਆ, ਰਾਈਟ? ਉੱਥੇ ਦੇ ਬੱਚੇ ਵੀ ਨਹੀਂ ਇੰਨਾ ਜ਼ਿਆਦਾ ਨਹੀਂ ਕੋਲ ਮਿਲਦੇ, ਰਾਈਟ? ਸੋ ਉਹਨਾਂ ਦੇ ਮਨ 'ਚ ਵੀ ਇਹ ਸਟੀਰੀਓਟਾਈਪਸ ਕ੍ਰੀਏਟ ਕੀਤੀਆਂ ਗਈਆਂ ਨੇ, ਤੇ ਕੀਤੀਆਂ ਕਿਹਨੇ ਨੇ? ਐਗਜ਼ੈਕਟਲੀ, ਰਾਈਟ? ਉਹ ਤਾਂ ਕਲੀਨ ਸਲੇਟ 'ਤੇ ਇੱਥੇ ਆਏ ਨੇ, ਲਾਈਕ ਜਿੱਦਾਂ ਤੁਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਵੀ ਵਰਕ ਜਿਵੇਂ ਕੈਸ਼ ਪੇ ਦਾ ਉਹਨਾਂ ਨੂੰ ਕਿਹਨੇ ਦੱਸਿਆ? ਹਾਂ, ਰਾਈਟ? ਇਹ ਕਿੱਥੋਂ ਸਟਾਰਟ ਹੋਇਆ? ਜਿਹੜੇ ਉਰੇ ਰਹਿ ਰਹੇ ਸੀ ਉਹਨਾਂ ਨੇ ਕੀਤਾ। ਬੜੀ ਇੰਪੋਰਟੈਂਟ ਗੱਲ ਕੀਤੀ ਹੈ ਤੁਸੀਂ, ਬਿਲਕੁਲ। ਇਹ ਤਾਂ ਤੁਸੀਂ ਮੈਨੂੰ ਲੱਗਦਾ ਗੇਮ ਘੁਮਾਈ ਦਿੱਤੀ। ਪਰ ਆਈ ਥਿੰਕ ਇਹ ਵੀ ਇੱਥੇ ਐਕਨੋਲੇਜ ਕਰਨ ਦੀ ਲੋੜ ਹੈ ਕਿ ਇੱਕ ਹਿੱਸਾ ਇਹੋ ਜਿਹਾ ਹੈਗਾ ਵੀ ਹੈ ਜਿਹੜਾ ਪ੍ਰੋਬਲਮੈਟਿਕ ਹੈ। ਯੈਸ। ਹੁਣ ਜੇ ਮੈਂ ਅੱਜ ਦੀ ਡੇਟ 'ਚ ਗੱਲ ਕਰਾਂ, ਇਹ ਵੈਸਟਵੁੱਡ ਮਾਲ 'ਚ ਜਿਹੜੇ ਰੋਜ਼ ਰਾਤ ਦੀ ਵੀਡੀਓ ਆ ਜਾਂਦੀ ਹੈ, ਇਹ ਮਹਿੰਗੀਆਂ ਗੱਡੀਆਂ ਲੈ ਆਉਂਦੇ ਨੇ, ਹੈ ਨਾ, ਹੈ ਜ਼ਿਆਦਾਤਰ ਚਾਹੇ ਸਟੂਡੈਂਟ ਜਾਂ ਯੰਗਸਟਰ ਹੀ ਨੇ, ਜਵਾਨ ਬੱਚੇ ਹੀ ਨੇ, ਚਾਹੇ ਉਹ ਵਰਕ ਪਰਮਿਟ 'ਤੇ ਨੇ, ਜੋ ਵੀ ਨੇ, ਉਹੀ ਏਜ ਗਰੁੱਪ ਜਦੋਂ ਉੱਥੇ ਪ੍ਰੋਬਲਮ ਕ੍ਰੀਏਟ ਕਰਦਾ, ਫਿਰ ਦੇਖਣ ਵਾਲਾ ਇਹ ਵੀ ਸੋਚਦਾ ਕਿ ਯਾਰ ਹਾਂ ਇਹ ਸਟੂਡੈਂਟ ਪ੍ਰੋਬਲਮ ਕ੍ਰੀਏਟ ਕਰ ਰਿਹਾ। ਬਟ ਆਈ ਥਿੰਕ ਅਸੀਂ ਐਟਲੀਸਟ ਇਸ ਗੱਲ ਤੋਂ ਐਗਰੀ ਕਰ ਸਕਦੇ ਹਾਂ ਕਿ ਆਪਾਂ ਸਾਰਿਆਂ ਨੂੰ ਇੱਕੋ ਤਰਾਜ਼ੂ 'ਚ ਨਾ ਤੋਲੀਏ, ਇਹਨੂੰ ਜਨਰਲਾਈਜੇਸ਼ਨ ਇਹਦੀ ਨਾ ਕਰੀਏ। 1119 ਇਹਨਾਂ ਨੇ ਨਾਮ ਤਾਂ ਨਹੀਂ ਲਿਖਿਆ, ਪਰ ਇਹ ਕਹਿੰਦੇ ਨੇ ਥੈਂਕ ਯੂ ਸੋ ਮਚ ਗਾਈਜ਼ ਟਾਕਿੰਗ ਅਬਾਊਟ ਥੀਸ ਟੌਪਿਕਸ, ਰੀਅਲੀ ਅਪਰੀਸ਼ੀਏਟ ਯੂ ਗਾਈਜ਼। ਹਰਦੀਪ ਜੀ ਕਹਿ ਰਹੇ ਨੇ parents send their children, specifically girls, to Canada and US, and the biggest mistake they do is telling their kids that they need to earn enough money, bilkul, so that they can pay their fees on their own. Even we know which is hard for children to do even after working for 2 shifts, bilkul. And knowingly unknowingly some kids get involved in these activities. I don't want to say the name, but everyone is Brampton of a specific name. ਬਿਲਕੁਲ ਜੀ। ਆਸ਼ੀਸ਼ਪ੍ਰੀਤ ਸਿੰਘ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਗੁੱਡ ਟੌਪਿਕ, ਬਟ ਭਾਜੀ ਅਸੀਂ ਅਗਰੀ ਕਰਦੇ ਹਾਂ ਕਿ ਸਟੂਡੈਂਟਸ ਆਪਣੇ ਛੋਟੇ ਭੈਣ ਭਰਾ ਨੇ ਐਂਡ ਦੇ ਆਰ ਡੂਇੰਗ ਅ ਲੋਟ ਆਫ ਹਾਰਡ ਵਰਕ, ਹਿਊਜ ਰਿਸਪੈਕਟ, ਬਟ ਬੱਚੇ ਇੰਡੀਆ 'ਚ ਕੁਝ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ। 95% ਸਟੂਡੈਂਟਸ ਆਰ ਡੂਇੰਗ ਬਿਜ਼ਨਸ ਮੈਨੇਜਮੈਂਟ, ਵਿਲ ਇਟ ਹੈਲਪ ਫॉर ਗ੍ਰੇਟ ਫਿਊਚਰ? ਆਈ ਥਿੰਕ ਇਹ ਵੀ ਤੁਹਾਡੀ ਗੱਲ ਸਹੀ ਹੈ ਕਿ ਕੁਝ ਚੀਜ਼ਾਂ ਬਹੁਤ ਹੀ ਕਾਮਨ ਹੁੰਦੀਆਂ ਜਾ ਰਹੀਆਂ, ਕੁਝ ਕੋਰਸਿਸ, ਤੇ ਉਹਦੇ ਕਰਕੇ ਜੋਬਸ ਉਸ ਫੀਲਡ ਵਿੱਚ ਨਹੀਂ ਮਿਲ ਰਹੀਆਂ। ਪਰ ਦੇਖੋ ਇੰਡੀਆ 'ਚ ਕੀ ਇਸ਼ੂਜ਼ ਨੇ, ਅਸੀਂ ਉੱਥੋਂ ਕਿਉਂ ਛੱਡ ਰਹੇ ਹਾਂ, ਕਿਉਂ ਬ੍ਰੇਨ ਡਰੇਨ ਹੋ ਰਿਹਾ, ਇੱਕ ਬਿਲਕੁਲ ਅਲੱਗ ਚੀਜ਼ ਹੈ। ਪਰ ਮੁਸ਼ਕਿਲ ਤਾਂ ਉੱਥੇ ਵੀ ਹੈਗੀ, ਸ਼ਾਇਦ ਤਾਂ ਹੀ ਅਸੀਂ ਗ੍ਰੀਨਰ ਪੈਸਚਰ ਜਿਹਨੂੰ ਕਹਿੰਦੇ ਆ ਬੈਟਰ ਓਪਰਚੁਨਿਟੀ ਲੱਭਣ ਲਈ ਇੱਥੇ ਆ ਜਾਂਦੇ ਹਾਂ। ਰਣਦੀਪ ਹੁੱਡਾ ਜੀ ਕਹਿ ਰਹੇ ਆਲ ਪੀਪਲ ਹੂ ਟੇਕ ਪਾਰਟ ਇਨ ਅਦਰ ਰੇਡੀਓ ਸ਼ੋਜ਼ ਵਿਲ ਨਾਟ ਸ਼ੋ ਅਪ ਕੋਜ਼ ਥੀਸ ਪੀਪਲ ਬਲੇਮ ਆਲ ਦ ਸਟੂਡੈਂਟਸ ਐਂਡ ਫੋਰਗੇਟ 5 ਫਿੰਗਰਸ ਆਰ ਨਾਟ ਦ ਸੇਮ। ਬਿਲਕੁਲ ਮੇਰਾ ਇਹੀ ਪੁਆਇੰਟ ਸੀਗਾ ਕਿ ਅਸੀਂ ਜਨਰਲਾਈਜ਼ ਨਾ ਕਰੀਏ ਤੇ ਇੰਪੈਥਾਈਜ਼ ਕਰਨਾ ਸ਼ੁਰੂ ਕਰੀਏ, ਤਾਂ ਕਿ ਹੋਰ ਕੁਛ ਨਹੀਂ ਤਾਂ ਮੈਨੂੰ ਲੱਗਦਾ ਜੇ ਕੋਈ ਬੱਚਾ ਪਾਰਕ ਵਿੱਚ ਆਇਆ ਹੈ, ਬੈਠਾ ਹੈ ਫੋਰ ਐਗਜ਼ਾਮਪਲ, ਉਹ ਰੈਦਰ ਦੈਨ ਇਹ ਸੋਚੇ ਕਿ ਜੇ ਇੱਥੇ 4 ਬਜ਼ੁਰਗ ਇਕੱਠੇ ਬੈਠੇ ਨੇ ਤਾਂ ਇਹ ਮੈਨੂੰ ਜੱਜ ਕਰਨਗੇ, ਕਹਿਣਗੇ ਸਟੂਡੈਂਟ ਦਾ ਪ੍ਰੋਬਲਮ ਹੈ। ਸ਼ਾਇਦ ਜੇ ਇਹੋ ਜਿਹੀ ਮੈਂਟੈਲਿਟੀ ਉਹਨੂੰ ਨਾ ਸ਼ੋ ਕੀਤੀ ਜਾਵੇ, ਕੱਲ੍ਹ ਨੂੰ ਇਹੀ ਕਹਿ ਦੇਵੇ ਜੀ ਦੇਖੋ ਮੇਰੇ ਤਾਂ ਵਰਕ 'ਤੇ ਇਹ ਪ੍ਰੋਬਲਮ ਹੈ, ਘਰੇ ਪ੍ਰੋਬਲਮ ਹੈ, ਤੁਸੀਂ ਮੈਨੂੰ ਸੀਨੀਅਰ ਦਿਖ ਰਹੇ ਹੋ, ਮੇਰੇ ਆਪਣੇ ਲੱਗ ਰਹੇ ਹੋ, ਤਾਂ ਮੈਂ ਤੁਹਾਡੇ ਨਾਲ ਇੱਕ ਪ੍ਰੋਬਲਮ ਡਿਸਕਸ ਕਰਨਾ ਚਾਹੁੰਦਾ। ਅਸੀਂ ਜੇ ਉਹ ਇਨਵਾਇਰਮੈਂਟ ਬਣਾਤਾ, ਆਈ ਥਿੰਕ ਉਹਦੇ ਨਾਲ ਹੀ ਕਿੰਨੀ ਜ਼ਿਆਦਾ ਚੇਂਜ ਹੋ ਜਾਣੀ ਹੈ। ਅਤੇ ਇਹਦੇ 'ਚ ਇੱਕ ਅਗਲੀ ਥੀਮ ਆਪਾਂ ਵਧੀਆ ਉਹਦੇ ਵੱਲ ਕਿ ਹੈਰਾਸਮੈਂਟ ਦੀ ਹੈ ਇਹਦੇ 'ਚ, ਕਿਉਂਕਿ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ। ਉਸ ਤੋਂ ਇਲਾਵਾ ਹੋਰ ਕੀ ਹੈ ਜੀ? ਹਾਂਜੀ, ਬਸ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤਾ ਸੀਗਾ ਕਿ ਕੰਮ 'ਤੇ ਹੁਣ ਕਾਫੀ ਕੁਛ ਹੁੰਦਾ ਹੈ, ਜਿੱਦਾਂ ਬੀਇੰਗ ਸ਼ਾਊਟਡ ਐਟ, ਡਿਸਰਿਸਪੈਕਟ ਕਰਨੀ। ਹੁਣ ਵਰਸਿਸ ਜਿੱਥੇ ਦਾ ਕੋਈ ਬੱਚਾ ਹੋਏਗਾ ਤੁਸੀਂ ਉਹਦੇ ਨਾਲ ਕਦੇ ਇੱਦਾਂ ਗੱਲ ਨਹੀਂ ਕਰੋਗੇ, ਬਿਕਾਜ਼ ਉਹਨਾਂ ਨੂੰ ਆਪਣੇ ਰਾਈਟਸ ਪਤਾ ਨੇ। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਨੇ, ਮੋਸਟਲੀ ਫੀਮੇਲਸ ਹੁੰਦੀਆਂ ਨੇ, ਉਹਨਾਂ ਨੂੰ ਆਪਣੇ ਰਾਈਟਸ ਨਹੀਂ ਪਤਾ ਹੁੰਦੇ। ਉਹ ਡਰਦੇ ਨੇ ਕਿ ਅਸੀਂ ਜੇ ਕਿਸੇ ਨੂੰ ਦੱਸਤਾ ਸਾਨੂੰ ਵਾਪਸ ਇੰਡੀਆ ਨਾ ਭੇਜ ਦੇਣ, ਸਾਡੀ ਰਿਪੋਰਟ 'ਤੇ ਕੋਈ PR 'ਤੇ ਸਾਡੇ ਕੋਈ ਫਰਕ ਨਾ ਪੈ ਜਾਵੇ। ਸੋ ਇਹ ਗੱਲਾਂ ਉਹ ਦੱਸਦੇ ਨਹੀਂ ਹੈਗੇ। ਸੋ ਇਹੀ ਰੀਜ਼ਨ ਕਰਕੇ ਐਕਸਪਲੋਇਟੇਸ਼ਨ ਹੈ ਜਿਹੜੀ ਕਿ ਜ਼ਿਆਦਾ ਉਹਨਾਂ ਨੂੰ ਚਾਂਸ ਮਿਲ ਜਾਂਦਾ, ਬਿਕਾਜ਼ ਉਹਨਾਂ ਨੂੰ ਪਤਾ ਇਹਨਾਂ ਨੇ ਕਿਸੇ ਨੂੰ ਦੱਸਣਾ ਨਹੀਂ ਹੈਗਾ, ਨਾ ਇਹਨਾਂ ਦੀ ਸਪੋਰਟ ਲਈ ਕੋਈ ਇੱਥੇ ਹੈਗਾ ਆ। ਅਤੇ ਕੀ ਆਪਣੇ ਬੱਚੇ ਡਿਸਕ੍ਰਿਮੀਨੇਸ਼ਨ ਵੀ ਫੇਸ ਕਰ ਰਹੇ ਨੇ? ਕਿਉਂਕਿ ਮੈਨੂੰ ਲੱਗਦਾ ਗੋਰੇ ਤਾਂ ਸ਼ਾਇਦ ਹੁਣ ਉਹ ਇੰਨਾ ਜ਼ਿਆਦਾ ਨਹੀਂ ਕਰ ਰਹੇ ਕਿ ਆਪਣੀ ਕਮਿਊਨਿਟੀ 'ਚ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਹਾਂਜੀ, ਜਿੰਨਾ ਕੁ ਅਸੀਂ ਸੁਣਿਆ ਹੈ ਮੋਸਟਲੀ, ਕਿਉਂਕਿ ਪਾਪੂਲੇਸ਼ਨ ਬ੍ਰੈਂਪਟਨ PO ਰੀਜਨ ਦੀ ਜਿਹੜੀ ਹੈਗੀ ਆ ਆਪਣੀ ਮੋਸਟਲੀ ਇੰਡੀਅਨ ਹੀ ਆ। ਸੋ ਜਿੰਨਾ ਕੁ ਅਸੀਂ ਸੁਣਦੇ ਹਾਂ ਕਿ ਗੋਰੇ ਤਾਂ ਹਲੇ ਫਿਰ ਵੀ ਲਾਈਕ ਠੀਕ ਬਿਹੇਵ ਕਰਦੇ ਨੇ, ਜਿਹੜੇ ਆਪਣੇ ਨੇ ਉਹ ਜ਼ਿਆਦਾ ਵਰਸ ਬਿਹੇਵ ਕਰਦੇ ਨੇ, ਚਾਹੇ ਉਹ ਆਂਟੀਆਂ ਹੋ ਗਈਆਂ ਕੰਮ 'ਤੇ, ਅੰਕਲ ਹੋ ਗਏ, ਗੰਦੀ ਤਰ੍ਹਾਂ ਗੱਲ ਕਰਨਾ। ਕਈ ਨੇ ਤਾਂ ਸਾਨੂੰ ਕਿਹਾ ਕਿ ਅਸੀਂ ਇੰਡੀਆ ਵੀ ਇੱਦਾਂ ਦੀ ਭਾਸ਼ਾ ਨਹੀਂ ਸੁਣੀ ਜਿੱਦਾਂ ਕਿ ਇੱਥੇ ਸਾਡੇ ਨਾਲ ਗੱਲ ਕਰਦੇ ਨੇ, ਇੰਨਾ ਡਿਸਰਿਸਪੈਕਟਫੁਲੀ ਸਾਨੂੰ ਫੋਰਸ ਕਰਨਾ ਕਿ ਸਾਡਾ ਸਾਰਾ ਔਖਾ ਕੰਮ ਤੁਸੀਂ ਕਰੋ, ਅਸੀਂ ਤਾਂ ਸਿਟੀਜ਼ਨ ਆ, ਲਾਈਕ ਤੁਹਾਨੂੰ ਅਸੀਂ ਕਢਵਾ ਸਕਦੇ ਹਾਂ, ਜਾਂ ਅਸੀਂ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਲ ਕਰ ਦਾਂਗੇ। ਸੋ ਇੰਨੀ ਕੁ ਗੱਲ ਨਾਲ ਹੀ ਡਰ ਜਾਂਦੇ, ਬਿਕਾਜ਼ ਐਜ਼ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਬਹੁਤ ਯੰਗ ਨੇ, ਉਹਨਾਂ ਨੂੰ ਪਤਾ ਨਹੀਂ, ਨਾ ਜਦੋਂ ਇੱਥੇ ਆਉਂਦੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਇੰਨੀ ਈਜ਼ੀਲੀ ਨਹੀਂ ਤੁਹਾਨੂੰ ਕੋਈ ਬਾਹਰ ਇੱਥੋਂ ਕੱਢ ਸਕਦਾ ਅਨਲੈਸ ਕ੍ਰਿਮੀਨਲ ਓਫੈਂਸ ਹੋਵੇ ਜਾਂ ਕੋਈ ਸੀਰੀਅਸ ਮੈਟਰ ਹੋਵੇ, ਰਾਈਟ?
ਇਹ ਗੱਲ ਬਿਲਕੁਲ ਠੀਕ ਹੈ। ਬਹੁਤ ਡਰ ਹੈ ਜਿਹੜੇ ਪੀਆਰ ਨਹੀਂ ਹੈ ਕਿ ਅਸੀਂ ਕੋਈ ਵੀ ਐਕਟੀਵਿਟੀ ਇਹੋ ਜਿਹੀ ਹੋਗੀ ਤੇ ਸਾਡੀ ਪੀਆਰ 'ਚ ਪ੍ਰੋਬਲਮ ਆਏਗੀ, ਪਰ ਐਵੇਂ ਸੱਚ ਨਹੀਂ ਹੈ। ਇਹ ਵੀ ਬੜੀ ਇੰਪੋਰਟੈਂਟ ਗੱਲ ਹੈ। ਬਹੁਤ ਜ਼ਿਆਦਾ ਮੈਸੇਜ ਆ ਰਹੇ, ਮੈਂ ਜ਼ਰੂਰ ਉਹਨਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਇੱਕ ਗੱਲ ਜਿਹੜੀ ਅਸੀਂ ਇਸ ਸ਼ੋਅ ਤੋਂ ਪਹਿਲਾਂ ਵੀ ਕਰ ਰਹੇ ਸੀਗੇ ਧਨਮੀਤ ਜੀ, ਹਰਜੀਤ ਭੱਟੀ ਜੀ ਕਹਿ ਰਹੇ ਨੇ ਕਿ ਏਜੰਟਸ ਇਨ ਇੰਡੀਆ ਸ਼ੁੱਡ ਸਟਾਪ ਸੈਲਿੰਗ ਫਾਲਸ ਡ੍ਰੀਮ, ਦੇ ਸ਼ੁੱਡ ਗਿਵ them ਕਲੀਅਰ ਪਿਕਚਰ, ਇਫ ਯੂ ਆਰ ਵੈਲ ਸੈਟਲਡ ਇਨ ਇੰਡੀਆ ਨੋ ਪੁਆਇੰਟ ਕਮਿੰਗ ਟੂ ਕੈਨੇਡਾ। ਅਸੀਂ ਵੀ ਇਹ ਗੱਲ ਕਰ ਰਹੇ ਸੀ, ਮੈਂ ਤਾਂ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਦਾ ਇਸ ਕਰਕੇ ਕਿ ਅਸੀਂ ਇਹ ਪ੍ਰੋਬਲਮ ਨੂੰ ਅਸੀਂ ਵੀ ਮੰਨਦੇ ਹਾਂ, ਡਿਸਕਸ ਕਰ ਰਹੇ ਸੀ, ਪਰ ਗੱਲ ਇਹ ਹੈ ਕਿ ਉਹਨਾਂ ਦਾ ਬਿਜ਼ਨਸ ਹੈ ਤੇ ਉਹ ਇਹ ਕਰਦੇ ਹੀ ਰਹਿਣਗੇ। ਇਹ ਬੜੀ ਵੱਡੀ ਪ੍ਰੋਬਲਮ ਹੈ। ਸ਼ਾਇਦ ਬਾਕੀ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨੂੰ ਇਸ ਵੱਲ ਵਧਣ ਦੀ ਲੋੜ ਹੈ ਕਿ ਇਹ ਜੋ ਫਾਲਸ ਡ੍ਰੀਮ ਸੈੱਲ ਹੋ ਰਹੀਆਂ ਨੇ ਉਹਨਾਂ ਦਾ ਕਾਊਂਟਰ ਜਾਂ ਉਹਨਾਂ ਦੀ ਕਲੀਅਰ ਪਿਕਚਰ ਵੀ ਦਿੱਤੀ ਜਾਵੇ। ਧਨਮੀਤ ਜੀ ਵੀ ਕਹਿ ਰਹੇ ਸੀਗੇ ਕਿ ਇਹ ਬਹੁਤ ਛੋਟੀ ਉਮਰ ਤੋਂ ਇੱਥੇ ਆਏ ਹੋਏ ਨੇ ਤੇ ਜਦੋਂ ਆਪਣੇ ਕਜ਼ਨਸ ਨੂੰ ਇਹ ਕਹਿੰਦੇ ਨੇ ਤੁਸੀਂ ਇੱਥੇ ਨਾ ਆਓ, ਇੱਥੇ ਆਹ ਪ੍ਰੋਬਲਮ ਹੈ, ਤਾਂ ਮੈਨੂੰ ਵੀ ਪਤਾ ਸਾਨੂੰ ਜਵਾਬ ਇਹੀ ਮਿਲਦਾ ਕਿ ਤੁਸੀਂ ਆਪ ਤਾਂ ਯਾਰ ਆ ਗਏ, ਹੁਣ ਸਾਨੂੰ ਰੋਕੀ ਜਾਂਦੇ ਹੋ, ਤੁਸੀਂ ਲਾਲਚੀ ਹੋ, ਹੈ ਨਾ। ਬਹੁਤ ਸਾਰੇ ਮੈਸੇਜ ਆਏ ਨੇ, ਜਲਦੀ ਨਾਲ ਇਹਦੇ ਗੋ ਥਰੂ ਕਰਦਾ ਕਿਉਂਕਿ ਸਾਡੇ ਕੋਲ ਹੁਣ ਸਮਾਂ ਘੱਟ ਰਿਹਾ। ਤੁਹਾਡੇ ਮੈਸੇਜ ਬਹੁਤ ਸਾਰੇ ਨੇ। ਵਿਵੇਕ ਜੀ ਕਹਿ ਰਹੇ ਨੇ ਹੈਲੋ ਬੋਥ ਆਫ ਯੂ, ਆਈ ਡੋਂਟ ਐਗਰੀ ਵਿਦ ਯੂ ਐਟ ਸਮ ਪੁਆਇੰਟਸ, ਇਟ ਮੇ ਫਾਇਰ ਅਪ ਦ ਡਿਬੇਟ, ਦੇਰ ਇਜ਼ ਆਲਵੇਜ਼ ਟੂ ਸਾਈਡਸ ਆਫ ਦ ਪਿਕਚਰ। ਜ਼ਰੂਰ ਵਿਵੇਕ ਜੀ, ਤਾਂ ਹੀ ਮੈਂ ਜਦੋਂ ਤੋਂ ਸ਼ੁਰੂ ਕੀਤਾ ਸ਼ੋਅ ਮੈਂ ਕਹਿ ਰਿਹਾ ਤੁਸੀਂ ਜ਼ਰੂਰ ਮੈਸੇਜ ਕਰੋ, ਆਪਣੇ ਵਿਊਜ਼ ਦਿਓ, ਅਸੀਂ ਉਹਦੇ ਬਾਰੇ ਗੱਲ ਕਰਦੇ ਰਹਾਂਗੇ। ਕੰਵਰ ਰੰਧਾਵਾ ਜੀ ਕਹਿ ਰਹੇ ਨੇ ਭਾਜੀ ਪਰ ਵੈਸਟਵੁੱਡ ਮਾਲ ਵਾਲੇ ਸਟੂਡੈਂਟਸ ਜੋ ਮਹਿੰਗੀਆਂ ਗੱਡੀਆਂ ਲੈ ਕੇ ਗੇੜੀਆਂ ਮਾਰਦੇ ਨੇ, ਜਿਨ੍ਹਾਂ ਨਾਲ ਲੋਕਾਂ ਨੂੰ ਪ੍ਰੋਬਲਮ ਨੇ, ਉਹਨਾਂ ਨੂੰ ਗੱਡੀਆਂ ਕਿੰਨੇ ਲੈ ਕੇ ਦਿੱਤੀਆਂ? ਇੱਥੋਂ ਦੇ ਸਿਸਟਮ ਨੇ। ਆਸਟ੍ਰੇਲੀਆ 'ਚ ਯੂ ਕਾਂਟ ਬਾਏ ਦੋਜ਼ ਐਕਸਪੈਂਸਿਵ ਕਾਰਸ ਔਨ ਸਟੂਡੈਂਟ ਵੀਜ਼ਾ। ਇੱਥੇ ਮਹਿੰਗੀਆਂ ਗੱਡੀਆਂ ਸਟੂਡੈਂਟਸ ਨੂੰ ਦਵਾ ਦਿੰਦੇ ਨੇ ਵੱਧ ਇੰਟਰਸਟ ਰੇਟ ਤੇ, ਫਿਰ ਉਹਨਾਂ ਦੇ ਕ੍ਰੈਡਿਟ ਖਰਾਬ ਹੁੰਦੇ ਨੇ ਵੈਨ ਯੂ ਮਿਸ ਦ ਪੇਮੈਂਟ। ਇਹ ਗੱਲ ਬਿਲਕੁਲ ਠੀਕ ਹੈ ਤੇ ਇਸੇ ਕਰਕੇ ਆਈ ਥਿੰਕ ਸਟੂਡੈਂਟਸ ਨੂੰ ਵੀ ਇਹ ਜਿਹੜੀ ਟੌਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਤੋਂ ਉੱਪਰ ਉੱਠਣਾ ਪਏਗਾ। ਇੰਨੇ ਮਹਿੰਗੇ ਇੰਟਰਸਟ ਰੇਟ 'ਤੇ ਤੁਸੀਂ ਗੱਡੀ ਐਕਚੁਅਲੀ ਤਾਂ ਉਹ ਸਾਰੀ ਪੇਮੈਂਟ ਤੁਸੀਂ ਪੇ ਕਰਨੀ ਹੈ, ਐਕਸਟਰਾ ਇੰਟਰਸਟ ਵੀ ਦੇਣਾ, ਸਿਰਫ ਇਹ ਸੋਚ ਕੇ ਕਿ ਮੰਥਲੀ ਪੇਮੈਂਟ ਅਸੀਂ ਮੈਨੇਜ ਕਰ ਸਕਾਂਗੇ, ਉਹ ਨਹੀਂ ਕਰਨਾ ਚਾਹੀਦਾ। ਬਿਲਕੁਲ ਤੁਹਾਡੀ ਸਹੀ ਗੱਲ ਹੈ। ਆਈ ਐਮ ਆਲਵੇਜ਼ ਸਪੋਰਟ ਸਟੂਡੈਂਟਸ, ਦੇ ਵਰਕ ਹਾਰਡ। ਬਿਲਕੁਲ ਜੀ। ਇਹ ਮਨਜਿੰਦਰ ਕੌਰ ਜੀ ਨੇ ਕਿਹਾ ਸੀ। ਜਸਬੀਰ ਸਿੰਘ ਜੀ ਕਹਿ ਰਹੇ ਨੇ ਦੇ ਨੀਡ ਟੂ ਬੀ ਥੋਟ about they need to be told about their rights। I think ਇਹ ਕਹਿਣਾ ਚਾਹੁੰਦੇ we can print a paper and give it to all incoming students in Punjab and English। I think ਇਹੋ ਜਿਹੇ ਕੁਝ ਆਈਡੀਆਜ਼ ਅੱਛੇ ਨੇ, ਜੇ ਕੋਈ ਅੱਗੇ ਉੱਠੇ ਅੱਗੇ ਆਵੇ ਤੇ ਪ੍ਰੋਬਬਲੀ ਆਈ ਡੋਂਟ ਨੋ 에ਅਰਪੋਰਟ 'ਤੇ ਸ਼ਾਇਦ ਇਹੋ ਜਿਹਾ ਕੁਝ ਸ਼ੁਰੂ ਕਰ ਲਵੇ ਕਿ ਇੱਕ ਨਿਊਜ਼ ਲੈਟਰ ਕਾਈਂਡ ਉਹਨਾਂ ਨੂੰ ਵੰਡ ਦਿੱਤਾ ਜਾਵੇ ਜਿੱਥੇ ਉਹਨਾਂ ਨੂੰ ਬੇਸਿਕ ਚੀਜ਼ਾਂ ਵੀ ਪਤਾ ਲੱਗ ਜਾਣ ਤੇ ਜੇ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਿਹਨੂੰ ਕੰਟੈਕਟ ਕਰਨ। ਫੋਰ ਐਗਜ਼ਾਮਪਲ ਲਾਡਲੀਆਂ ਕੈਨ ਡੂ ਦੈਟ, ਗਰਲਸ ਕੈਨ ਨੋ ਕਿ ਅਸੀਂ ਇੱਥੇ ਆਏ ਹਾਂ, ਜੇ ਕੋਈ ਵੀ ਪ੍ਰੋਬਲਮ ਆਵੇ ਤਾਂ ਅਸੀਂ ਲਾਡਲੀਆਂ ਨੂੰ ਕੰਟੈਕਟ ਕਰ ਸਕਦੇ ਹਾਂ, ਹੋਰ ਗਵਰਨਮੈਂਟ ਏਜੰਸੀਜ਼ ਨੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਹਾਂ। ਸੁਖਮਨ ਗਰੇਵਾਲ ਜੀ ਕਹਿੰਦੇ ਨੇ ਆਈ ਜਸਟ ਹੇਟ ਕੋਬਰਾ ਗੈਂਗ, ਮੈਨੂੰ ਨਹੀਂ ਪਤਾ ਕੀ ਦੀ ਗੱਲ ਕਰ ਰਿਹਾ ਹੈ। ਰੋਹਿਤ ਜੀ ਕਹਿ ਰਿਹਾ ਹੈ ਪਲੱਸ ਐਕਸਪੈਕਟੇਸ਼ਨ ਟੂ ਸੈਂਡ ਮਨੀ ਬੈਕ ਹੋਮ। ਬਿਲਕੁਲ ਅਸੀਂ ਇਹਦੀ ਗੱਲ ਕਰ ਰਹੇ ਸੀਗੇ, ਇੰਨਾ ਆਲਰੇਡੀ ਆਪਣਾ ਮੈਨੇਜ ਕਰਨਾ ਹੈ ਤੇ ਫਿਰ ਉਹਨਾਂ ਨੂੰ ਪੈਸੇ ਘਰੇ ਵੀ ਭੇਜਣੇ ਆ, ਬਹੁਤ ਇਸ਼ੂਜ਼ ਨੇ। ਸੋਨੀਆ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਵੈਲ ਐਪਰੀਸ਼ੀਏਟਡ, ਵੈਰੀ ਨਾਈਸ ਟੌਪਿਕ ਟੂ ਡਿਸਕਸ ਐਂਡ ਇਲੈਬੋਰੇਟ ਦ ਇਸ਼ੂਜ਼ ਇਨ ਜਨਰਲ, ਥੈਂਕ ਯੂ ਜੀ। ਰੇਨੂ ਜੀ ਕਹਿ ਰਹੇ ਗੁੱਡ ਮਾਰਨਿੰਗ ਇਸ਼ਰਤ ਜੀ, ਗੁੱਡ ਟੌਪਿਕ, ਨਾਈਸ ਵੌਇਸ ਟੂ, ਥੈਂਕ ਯੂ ਰੇਨੂ ਜੀ। ਤੇ ਤੁਹਾਡੀ ਇਹ ਲਾਸਟ ਥੀਮ ਵੀ ਹੈ ਧਨਮੀਤ ਜੀ ਇਸ ਸਟੱਡੀ ਦੀ, ਤੇ ਤਾਂ ਕਿ ਅਸੀਂ ਇਹ ਨਾ ਕਹਿ ਦਈਏ ਕਿ ਸਾਰਾ ਕੁਝ ਹੀ ਮਾੜਾ ਹੈ ਜੀ, ਦੁਨੀਆ ਤਾਂ ਖਤਮ ਹੋਣ ਵਾਲੀ ਹੈ। ਇੱਕ ਤੁਹਾਡੀ ਥੀਮ ਹੈ ਪੋਜ਼ੀਟਿਵ ਐਕਸਪੀਰੀਅੰਸ, ਤੇ ਕੁਝ ਮਤਲਬ ਰਿਸਪੋਂਡੈਂਟਸ ਨੇ ਪੋਜ਼ੀਟਿਵ ਗੱਲ ਵੀ ਕੀਤੀ ਹੈ। ਹਾਂਜੀ ਬਿਲਕੁਲ, ਕਈਆਂ ਨੇ ਐਕਸਪ੍ਰੈਸ ਕੀਤਾ ਕਿ ਉਹ ਇੱਥੇ ਆ ਕੇ ਜਿਹੜੀ ਇੰਡੀਪੈਂਡੈਂਸ ਹੈ ਉਹਨਾਂ ਨੇ ਐਕਸਪੀਰੀਅੰਸ ਕੀਤੀ ਫॉर द ਫਰਸਟ ਟਾਈਮ, ਕਿੱਦਾਂ ਆਪਾਂ ਗਰੋ ਹੋਣਾ ਆ, ਵਰਕਿੰਗ ਵਿਦ ਡਾਈਵਰਸ ਕਮਿਊਨਿਟੀਜ਼ ਲਾਈਕ ਡਿਫਰੈਂਟ ਟਾਈਪ ਆਫ ਪੀਪਲ, ਨਵੀਆਂ ਸਕਿੱਲਸ ਸਿੱਖਣੀਆਂ ਜੋ ਕਿ ਉਹ ਪੰਜਾਬ ਜਾਂ ਇੰਡੀਆ ਵਾਪਸ ਜਾਂਦੇ ਉੱਥੇ ਨਾ ਸਿੱਖ ਸਕਦੇ, ਅਤੇ ਓਬਵੀਅਸਲੀ ਨਾਨ ਫॉर ਪ੍ਰੋਫਿਟਸ ਅਤੇ ਜਿਹੜੇ ਫ੍ਰੀ ਰਿਸੋਰਸਿਸ ਅਵੇਲੇਬਲ ਨੇ ਉਹਨਾਂ ਦੀ ਹੈਲਪ ਲਈ। ਸੋ ਇਹ ਥੋੜ੍ਹੇ ਬਹੁਤ ਪੋਜ਼ੀਟਿਵ ਜਿਹੜੀਆਂ ਗੱਲਾਂ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀਆਂ। ਆਈ ਥਿੰਕ ਅਸੀਂ ਐਗਰੀ ਤਾਂ ਕਰ ਸਕਦੇ ਹਾਂ ਕਿ ਇਨ ਦ ਲੌਂਗ ਰਨ, ਇਨ ਦ ਲੌਂਗ ਟਰਮ ਜਿੱਥੋਂ ਉਹ ਆ ਰਹੇ ਨੇ ਉੱਥੋਂ ਤਾਂ ਬੈਟਰ ਲਾਈਫ ਉਹਨਾਂ ਨੂੰ ਮਿਲ ਜਾਂਦੀ ਹੈ ਇੱਥੇ ਆ ਕੇ। ਪਰ ਹਾਂ ਇਨੀਸ਼ੀਅਲੀ ਕਹਿ ਲਓ ਜਾਂ ਜਿਹੜਾ ਸਟਰਗਲ ਫੇਜ਼ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਗੰਦਾ ਹੈ। ਮਤਲਬ ਇੱਕ ਤਾਂ ਹੁੰਦਾ ਸਟਰਗਲ ਜਿਹੜੀ ਸਾਡੇ ਘਰ ਦੇ ਵੀ ਸਾਨੂੰ ਦੱਸਦੇ ਰਹਿੰਦੇ ਆ ਨਾ, ਅਸੀਂ ਕਿਵੇਂ ਸਕੂਲ ਜਾਂਦੇ ਸੀ ਪੈਦਲ, ਇਹ ਸਭ, ਪਰ ਇਹ ਇੱਕ ਸਟਰਗਲ ਬੜੀ ਅਲੱਗ ਹੈ ਅਤੇ ਬਹੁਤ ਹੀ ਮਾੜੀ ਹੈ। ਸੋ ਵੀ ਕੈਨ ਜਸਟ ਟਰਾਈ ਕਿ ਆਪਣੀ ਕਮਿਊਨਿਟੀ 'ਚ ਇਹ ਸਟਰਗਲ ਜਿਹੜੀ ਹੈ ਉਹ ਘਟਾਈ ਜਾ ਸਕੇ ਜਾਂ ਐਟਲੀਸਟ ਉਹਨੂੰ ਇੰਨਾ ਅਸੀਂ ਟੌਕਸਿਕ ਨਾ ਬਣਾਈਏ। ਅਤੇ ਰੋਹਿਤ ਜੀ ਕਹਿ ਰਹੇ ਨੇ ਵੰਡਰਿੰਗ ਵਾਈ ਸਟੂਡੈਂਟਸ ਆਰ ਕਮਿੰਗ ਹੇਅਰ ਟੂ ਵਰਕ ਰੈਦਰ ਸਟੱਡੀ। ਆਈ ਥਿੰਕ ਇਹਦਾ ਜਵਾਬ ਅਸੀਂ ਦੇ ਚੁੱਕੇ ਹਾਂ ਬਹੁਤ ਸਾਰੀ ਗੱਲਾਂ ਨਾਲ ਹੀ। ਅਤੇ ਰੋਹਿਤ ਜੀ ਕਹਿ ਰਹੇ ਨੇ ਦੇ ਸ਼ੁੱਡ ਹੈਵ ਇਨਫ ਮਨੀ ਵਿਦ ਦੈਮ ਟੂ ਸਰਵਾਈਵ ਟਿਲ ਦ ਟਰਮ ਇਜ਼ ਓਵਰ। ਆਈ ਥਿੰਕ ਸਰਵਾਈਵਲ ਉਹ ਗੱਲ ਨਹੀਂ ਹੈ ਨਾ, ਅਸੀਂ ਕੈਨੇਡਾ ਤਾਂ ਪੈਸੇ ਕਮਾਉਣ ਹੀ ਆਖਿਰਕਾਰ ਆ ਰਹੇ ਹਾਂ, ਅਤੇ ਘਰ ਵਾਲੇ ਨੇ ਜਿਹੜੇ ਕਰਜ਼ੇ ਲੈ ਕੇ ਇੱਥੇ ਭੇਜਿਆ ਹੁੰਦਾ ਇੰਨੇ ਏਜੰਟਾਂ ਦੀ ਫੀਸ ਐਂਡ ਐਵਰੀਥਿੰਗ, ਉਹ ਵੀ ਵਿਚਾਰਿਆਂ ਨੇ ਕਿਤੋਂ ਨਾ ਕਿਤੋਂ ਤਾਰਨੀ ਹੈ ਅਤੇ ਫਿਰ ਆਪਣੀ ਜ਼ਿੰਦਗੀ ਅੱਗੇ ਵਧਾਉਣੀ ਹੈ। ਆਈ ਥਿੰਕ ਬਹੁਤ ਸਾਰੇ ਫੈਕਟਰਸ ਨੇ ਜਿਹਦੀ ਅਸੀਂ ਗੱਲ ਆਲਰੇਡੀ ਕਰ ਚੁੱਕੇ ਹਾਂ। ਅਤੇ ਜਦੋਂ ਇੱਕ ਸਟੱਡੀ ਹੁੰਦੀ ਹੈ ਉਹਦੀ ਮੈਨੂੰ ਲੱਗਦਾ ਇੱਕ ਬਹੁਤ ਇੰਪੋਰਟੈਂਟ ਚੀਜ਼ ਉਹਦੇ ਅੰਤ ਵਿੱਚ ਆਉਂਦੀ ਹੁੰਦੀ ਹੈ ਇਹਦੀ ਰੈਕਮੈਂਡੇਸ਼ਨਸ। ਮੈਂ ਉਹ ਪੜ੍ਹ ਸਕਦਾ ਲੇਕਿਨ ਮੈਂ ਚਾਹੂੰਗਾ ਧਨਮੀਤ ਜੀ ਸਾਨੂੰ ਦੱਸਣ ਕਿ ਕੀ ਰੈਕਮੈਂਡੇਸ਼ਨਸ ਨੇ, ਅਤੇ ਮੈਂ ਇਹ ਜ਼ਰੂਰ ਚਾਹੂੰਗਾ ਕਿ ਤੁਸੀਂ ਉਹਨਾਂ ਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਦੱਸੋ। ਇੱਕ ਤਾਂ ਹੁੰਦਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਪਰ ਉਹ ਕਿਵੇਂ ਹੋ ਸਕਦੀ ਹੈ, ਆਈ ਥਿੰਕ ਉਹਨੂੰ ਜ਼ਰੂਰ ਟੱਚ ਕਰਿਓ। ਹਾਂਜੀ, ਜਿਵੇਂ ਕਿ ਆਪਾਂ ਪਹਿਲਾਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਹੀ ਮੈਨਸ਼ਨ ਕੀਤਾ ਕਿ ਆਉਂਦੇ ਸਾਰ ਹੀ ਜੇ ਕੋਈ
ਇੱਦਾਂ ਦਾ ਰਿਸੋਰਸ ਹੋਵੇ ਜਿਹੜਾ ਕਿ ਆਪਾਂ ਉਹਨਾਂ ਨੂੰ ਦੇ ਸਕੀਏ, ਜਿੱਤੇ ਕਿ ਅਸੀਂ ਇਸ ਟਾਈਮ ਕੰਮ ਕਰ ਰਹੇ ਹਾਂ। ਸਾਡਾ ਆਲਰੇਡੀ ਇੰਟਰਨੈਸ਼ਨਲ ਫੀਮੇਲ ਸਟੂਡੈਂਟਸ ਲਈ ਨਿਊਜ਼ਲੈਟਰ ਹੈਗਾ ਜਿਹਦਾ ਤੁਸੀਂ ਸਾਈਨ ਅਪ ਕਰ ਸਕਦੇ ਹੋ, ਜਿਸ ਕਿ ਅਸੀਂ ਜੌਬ ਓਪਰਚੁਨਿਟੀਜ਼ ਹੋ ਗਈਆਂ, ਸੇਫ ਪਲੇਸਿਸ ਟੂ ਰੈਂਟ ਟੂ ਲਿਵ ਹੋ ਗਿਆ, ਉਹ ਸਾਰਾ ਕੁਝ ਅਸੀਂ ਆਊਟਲਾਈਨ ਕਰਦੇ ਹਾਂ। ਬਿਸਾਈਡਸ ਦੈਟ ਆਪਾਂ ਨੂੰ ਜਿਹੜੇ EMPLOYERS ਨੇ ਉਹਨਾਂ ਨੂੰ ਵੀ ਸਮਝਣਾ ਪੈਣਾ ਕਿ ਜਿਹੜੀ ਡਿਫਿਕਲਟੀਜ਼ ਇੰਟਰਨੈਸ਼ਨਲ ਸਟੂਡੈਂਟਸ ਫੇਸ ਕਰਦੇ ਹੋ ਰਿਹਾ ਕੇ ਵਿਦ ਸਕੂਲ ਵਿਦ ਐਵਰੀਥਿੰਗ, ਯੂ ਨੋ, ਥੋੜ੍ਹਾ ਜਿਹਾ ਲੀਨੀਅੰਸੀ ਅਤੇ ਥੋੜ੍ਹਾ ਜਿਹਾ ਕੰਪੈਸ਼ਨ ਆਪਾਂ ਕਹਿ ਦਈਏ, ਐਮਪੈਥੀ ਕਹਿ ਦਈਏ, ਉਹ ਦਿਖਾਉਣੀ ਚਾਹੀਦੀ ਹੈ। ਔਨ ਟੌਪ ਆਫ ਦੈਟ ਆਪਾਂ ਨੂੰ EMPLOYERS ਨੂੰ ਅਕਾਊਂਟੇਬਲ ਵੀ ਹੋਲਡ ਕਰਨਾ ਪੈਣਾ, ਜਿੱਥੇ ਉਹ ਗਲਤ ਜਾ ਰਹੇ ਨੇ ਐਜ਼ ਅ ਕਮਿਊਨਿਟੀ ਵੀ ਹੈਵ ਟੂ ਸਪੀਕ, ਪ੍ਰੋਟੈਸਟ, ਕਾਲ ਦੈਮ ਆਊਟ। ਤੁਸੀਂ ਅੱਜ ਮੈਨੂੰ ਸ਼ੋਅ 'ਤੇ ਬੁਲਾਇਆ, ਕਿੰਨੇ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚੀ, ਰਾਈਟ? ਸੋ ਜੇ ਸਾਡੀ ਵਰਗੀ ਆਰਗੇਨਾਈਜੇਸ਼ਨਸ ਨੂੰ ਓਪਰਚੁਨਿਟੀ ਦਿੱਤੀ ਜਾਵੇਗੀ ਕਿ ਅਸੀਂ ਇਹ ਕੰਮ ਕਰ ਸਕੀਏ, ਦੈਨ ਵੀ ਰੈਡੀ। ਸੋ ਬਿਲਕੁਲ ਮੀਡੀਆ ਵੀ ਆਈ ਥਿੰਕ ਆਵਾਜ਼ ਉਠਾਉਣ 'ਚ ਜਾਂ ਗੱਲ ਨੂੰ ਪਹੁੰਚਾਉਣ 'ਚ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ। ਰੈਡ FM ਉਹ ਕਰ ਰਿਹਾ, ਹੋਪਫੁਲੀ ਬਾਕੀ ਵੀ ਕਰਨਗੇ ਅਤੇ ਰੈਡ FM ਵੀ ਇਸ ਤਰ੍ਹਾਂ ਕਰਦਾ ਰਹੇਗਾ ਕਿਉਂਕਿ ਲੋਕਾਂ ਦੀ ਇੰਨੀ ਸਪੋਰਟ ਮਿਲ ਰਹੀ ਹੈ। ਰਣਦੀਪ ਹੁੱਡਾ ਜੀ ਕਹਿ ਰਹੇ ਨੇ ਆਲ ਦ ਪੀਪਲ ਵਿਦ ਨੈਗੇਟਿਵ ਮੈਸੇजेस ਆਰ ਦ ਵਨ ਹੂ ਆਰ ਅਗੇਂਸਟ ਦਿਸ ਪੂਅਰ ਸਟੂਡੈਂट्स। वैसे कोई खास नेगेटिव नहीं है रंदीप जी, आई थिंक वो खुद आ गए, पैसे बना रहे हैं, बट दे डोंट वांट स्टूडेंट्स टू कम हियर एंड मेक मनी। नहीं, आई मीन मैं ਉਹਨਾਂ ਦੇ ਪੁਆਇੰਟ ਆਫ ਵਿਊ ਵੀ ਸਮਝਦਾ, ਦੇ ਵਾਂਟ ਕੈਨੇਡਾ ਟੂ ਸਟੇ ਐਜ਼ ਇਟ ਇਜ਼, ਬਟ ਆਈ ਥਿੰਕ ਵੀ ਵਿਲ ਵਰਕ ਟੂਵਰਡਸ ਇਟ ਐਂਡ ਅਸੀਂ ਉਹ ਕਰ ਲਵਾਂਗੇ। ਅਵਤਾਰ ਸਿੰਘ ਜੀ ਕਹਿ ਰਹੇ ਗੁੱਡ ਵਰਕ ਇਸ਼ਰਤ, ਵੇ ਟੂ ਗੋ, ਥੈਂਕ ਯੂ ਜੀ। ਅਤੇ ਫਾਈਨਲੀ ਅਕੈਡਮਿਕ ਇੰਸਟੀਟਿਊਸ਼ਨਸ ਬੜੀਆਂ ਜ਼ਰੂਰੀ ਹੈ ਧਨਵੀਰ ਜੀ। ਮੈਂ ਇੱਕ ਜਾਂਦੇ ਜਾਂਦੇ ਪੁਆਇੰਟ 'ਤੇ ਟੱਚ ਜ਼ਰੂਰ ਕਰਨਾ ਚਾਹੁੰਦਾ ਕਿ ਅਕੈਡਮਿਕ ਇੰਸਟੀਟਿਊਸ਼ਨਸ ਇਹਦੇ ਵਿੱਚ ਕਿਵੇਂ ਕੰਟਰੀਬਿਊਟ ਕਰ ਸਕਦੀਆਂ, ਕਿਉਂਕਿ ਮੇਨਲੀ ਤਾਂ ਸਟੂਡੈਂਟ ਉੱਥੇ ਜਾਂਦਾ ਅਤੇ ਉੱਥੇ ਹੀ ਉਹ ਕਾਉਂਸਲਿੰਗ ਜਾਂ ਕੋਈ ਵੀ ਮਦਦ ਹੋਵੇ ਉੱਥੇ ਉਹ ਸੀਕ ਕਰਦਾ। ਹਾਂਜੀ, ਸੋ ਐਜ਼ ਆਈ ਸੈਡ ਕਿ ਉਹਨਾਂ ਨੂੰ ਸਪੋਰਟ ਪ੍ਰੋਵਾਈਡ ਕਰਨੀ। ਹੁਣ ਅਸੀਂ ਕਾਫੀ ਕਾਲਜਿਸ ਐਂਡ ਯੂਨੀਵਰਸਿਟੀਜ਼ 'ਚ ਜਾ ਰਹੇ ਹਾਂ ਜਿੱਥੇ ਕਿ ਅਸੀਂ ਇਹ ਪ੍ਰੈਜੈਂਟੇਸ਼ਨਸ ਕਰ ਰਹੇ ਹਾਂ, ਬੇਸਿਕ ਚੀਜ਼ਾਂ ਕੁੜੀਆਂ ਨੂੰ ਸਿਖਾਉਣੀਆਂ, ਕਿੱਦਾਂ ਬੱਸ ਲੈਣੀ ਆ, ਕਿੱਦਾਂ ਸੇਫ ਰਹਿਣਾ ਇੱਥੇ, ਅਤੇ ਕੀ ਰਿਸੋਰਸਿਸ ਉਹਨਾਂ ਲਈ ਅਵੇਲੇਬਲ ਨੇ। ਸੋ ਆਈ ਫੀਲ ਲਾਈਕ ਜੇ ਸਾਰੇ ਐਕੈਡੈਮਿਕ ਇੰਸਟੀਟਿਊਸ਼ਨਸ ਐਜ਼ ਯੂ ਸੈਡ ਅਰਲੀਅਰ ਕਿ ਪਹਿਲੇ ਵੀਕ ਜਦੋਂ ਸਟੂਡੈਂਟਸ ਜੁਆਇਨ ਕਰਦੇ ਨੇ ਓਰੀਐਂਟੇਸ਼ਨ ਵੀਕ ਦੇ ਡਿਊਰਿੰਗ, ਜੇ ਇੱਦਾਂ ਦੀ ਉਹਨਾਂ ਨੂੰ ਨੌਲੇਜ ਪ੍ਰੋਵਾਈਡ ਕੀਤੀ ਜਾਵੇ ਤਾਂ ਹੋ ਸਕਦਾ ਕਿ ਜਿਹੜੀ ਐਕਸਪਲੋਇਟੇਸ਼ਨ ਚੱਲ ਰਹੀ ਆ ਉਹਦੇ ਖਿਲਾਫ ਆਪਣੀ ਆਵਾਜ਼ ਉਠਾ ਸਕਣ। ਬਿਲਕੁਲ ਧਨਮੀਤ ਜੀ, ਸਮੇਂ ਦੀ ਬਹੁਤ ਕਮੀ ਹੈ। ਇਹ ਇਸ਼ੂ ਐਵੇਂ ਦਾ ਹੈ ਕਿ ਮੈਨੂੰ ਲੱਗਦਾ ਮੈਂ ਇੱਥੇ 1 ਘੰਟਾ ਸ਼ਾਇਦ ਹੋਰ ਤੁਹਾਡੇ ਨਾਲ ਇਸ ਬਾਰੇ ਗੱਲ ਕਰ ਸਕਦਾ। ਦੇਰ ਆਰ ਸੋ ਮੈਨੀ ਐਸਪੈਕਟਸ ਟੂ ਇਟ। ਅਥਰ ਸਈਦ ਜੀ ਕਹਿ ਰਹੇ ਨੇ ਵੈਰੀ ਪਰਟੀਨੈਂਟ ਇਸ਼ੂ ਨੀਡਸ ਇਮੀਡੀਏਟ ਅਟੈਂਸ਼ਨ ਟੂ ਵਲਨਰੇਬਲ ਇਨੋਸੈਂਟ ਪੀਪਲ। ਇਸੇ ਕਰਕੇ ਮੈਨੂੰ ਲੱਗਦਾ ਇਸ 'ਤੇ ਗੱਲ ਕਰਨ ਬਾਰੇ ਹੋਰ ਬਹੁਤ ਕੁਛ ਹੈ, ਪਰ ਆਈ ਥਿੰਕ ਇਟ ਇਜ਼ ਅ ਗ੍ਰੇਟ ਸਟਾਰਟ। ਅਸੀਂ ਇਸ ਬਾਰੇ ਡਿਸਕਸ ਕੀਤਾ ਹੈ, ਸਾਡੇ ਕਿੰਨੇ ਮੈਸੇजेस ਆਏ ਨੇ, ਇਹਦਾ ਮਤਲਬ ਕਮਿਊਨਿਟੀ ਸੁਣ ਰਹੀ ਹੈ ਅਤੇ ਹੋਪਫੁਲੀ ਅਸੀਂ ਸਾਰੇ ਇਹਦੇ ਵੱਲ ਵਧਾਂਗੇ। ਜਿਵੇਂ ਕਿ ਮੈਂ ਕਿਹਾ, ਸ਼ੁਰੂਆਤ ਪ੍ਰੋਬਲਮ ਨੂੰ ਰੈਕਗਨਾਈਜ਼ ਕਰਨ 'ਤੇ ਹੁੰਦੀ ਹੈ ਐਂਡ ਰੀਅਲਾਈਜ਼ ਕਰਨ 'ਤੇ ਹੁੰਦੀ ਹੈ ਕਿ ਪ੍ਰੋਬਲਮ ਐਕਚੁਅਲੀ ਸਟੂਡੈਂਟ ਸਾਡੇ ਨਹੀਂ ਹੈ। ਉਹਨਾਂ ਨਾਲ ਐਂਪੈਥੈਟਿਕ ਹੋਣਾ ਚਾਹੀਦਾ। ਜਿਵੇਂ ਅਸੀਂ ਕਹਿੰਦੇ ਹਾਂ ਬੱਚੇ ਗਲਤੀਆਂ ਕਰਦੇ ਨੇ, ਸੋ ਜੇ ਉਹ ਗਲਤੀਆਂ ਕਰਦੇ ਵੀ ਨੇ, ਉਹ ਉਹੀ 18-19 ਸਾਲ ਦੇ ਬੱਚੇ ਨੇ ਜਿਹੜੇ ਆਪਣੀ ਜ਼ਿੰਦਗੀ ਬਣਾਉਣ ਦੀ ਕੋਸ਼ਿਸ਼ ਕਰ ਰਹੇ 7 ਸਮੁੰਦਰੋਂ ਪਾਰ ਇੱਕਦਮ ਇਕੱਲੇ। ਸੋ ਇਹਨਾਂ ਨਾਲ ਆਪਾਂ ਐਂਪੈਥੈਟਿਕ ਹੋਈਏ, ਇਹਨਾਂ ਦੀ ਮਦਦ ਜਿਸ ਵੀ ਤਰ੍ਹਾਂ ਕਰ ਸਕਦੇ ਹਾਂ ਕਰੀਏ। ਅਤੇ ਲਾਡਲੀਆਂ ਨਾਲ ਤੁਸੀਂ ਜੁੜ ਸਕਦੇ ਹੋ, ਤੁਸੀਂ ਸੋਸ਼ਲ ਮੀਡੀਆ 'ਤੇ, ਅਤੇ ਜਿਵੇਂ ਕਿ ਇਹਨੇ ਦੱਸਿਆ ਇਹਨਾਂ ਦੀ ਵੈਬਸਾਈਟ 'ਤੇ ਜਾ ਸਕਦੇ ਹੋ। ਲਾਡਲੀਆਂ ਤੁਸੀਂ ਟਾਈਪ ਕਰੋਗੇ ਤੁਹਾਨੂੰ ਕਿਉਂਕਿ ਮੈਂ ਖੁਦ ਸਰਚ ਕੀਤਾ ਸੀਗਾ, ਸੋਸ਼ਲ ਮੀਡੀਆ 'ਤੇ ਮਿਲ ਜਾਏਗਾ। ਤੁਸੀਂ ਇਹਨੂੰ ਕੰਟੈਕਟ ਕਰੋ। ਮੈਂ ਵੀ ਇਹਨੂੰ ਜਾਣਦਾ ਨਹੀਂ ਸੀਗਾ, ਮੈਂ ਇਹਨੂੰ ਮੈਸੇਜ ਕੀਤਾ ਅਤੇ ਸਾਡੀ ਬੜੀ ਆਸਾਨੀ ਨਾਲ ਗੱਲ ਹੋ ਗਈ, ਅਤੇ ਉਹ ਤੁਸੀਂ ਵੀ ਕਰ ਸਕਦੇ ਹੋ। ਯੂ ਕੈਨ ਕੰਟਰੀਬਿਊਟ ਟੂ ਇਟ ਐਜ਼ ਵੈਲ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। ਇੰਨੇ ਮੈਸੇजेस ਆਏ, ਮਾफ़ ਕਰਨਾ ਮੈਂ ਕਾਲਸ ਨਹੀਂ ਲੈ ਸਕਿਆ ਕਿਉਂਕਿ ਸਮੇਂ ਦੀ ਕਮੀ ਜ਼ਰੂਰ ਸੀਗੀ, ਪਰ ਇਹ ਇਸ਼ੂ ਨੂੰ ਡਿਸਕਸ ਕਰਨਾ ਐਟ ਲੈਂਥ ਬੜਾ ਜ਼ਰੂਰੀ ਸੀਗਾ। ਬਹੁਤ ਧੰਨਵਾਦ। ਅਤੇ ਤੁਸੀਂ ਸੁਣਦੇ ਰਹੋ 88.9 ਰੈਡ FM। ਮੈਂ ਸੀਗਾ ਇਸ਼ਰਤ ਸਿੰਘ, ਤੁਹਾਡਾ ਅੱਜ ਲਈ ਮੇਜ਼ਬਾਨ। ਥੈਂਕ ਯੂ।